ਸੁਨੀਲ ਜਾਖੜ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਕਿ 42 MLA ਦੀ ਸਪੋਰਟ ਸੀਗੀ ਤਾਂ ਵੀ CM ਨਹੀਂ ਬਣਾਇਆ। ਦੇਖੋ ਕਿਤੇ ਨਾ ਕਿਤੇ ਅਸੀਂ ਵੀ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ। ਜਦੋਂ ਸੁਨੀਲ ਜਾਖੜ ਵਾਲਾ ਵੱਡਾ ਚਿਹਰਾ ਇਹ ਕਹਿੰਦਾ ਕਿ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਮੈਨੂੰ ਬਤੌਰ ਹਿੰਦੂ ਹੋਣ ਤੇ CM ਨਹੀਂ ਬਣਾਇਆ ਗਿਆ, ਅੰਬਿਕਾ ਸੋਨੀ ਦੀ ਗੱਲ ਪਾਰਟੀ ਹਾਈ ਕਮਾਂਡ ਨੇ ਮੰਨ ਲਈ। ਤਾਂ ਲੱਗਦਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਬਤੌਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਕਿਤੇ ਹਿੰਦੂ ਸੈਕਸ਼ਨ ਨੂੰ ਕਨਵਿੰਸ ਕਰਨਾ ਪੈ ਸਕਦਾ ਕਿ ਜਾਖੜ ਜੋ ਕਹਿ ਰਹੇ ਗਲਤ ਹੈ। ਅਗਰ ਇਹ ਬਣੀ ਹੈ ਤੇ ਸਾਨੂੰ ਇਹਦੇ ਵਾਸਤੇ ਵੀ ਲੋਕਾਂ 'ਚ ਜਾਣਾ ਪਏਗਾ, ਇਹ ਧਾਰਨਾ ਖਤਮ ਕਰਨੀ ਪਏਗੀ। ਕਾਂਗਰਸ ਇਸ ਇਨਸੀਡੈਂਟ ਨੂੰ ਕਿਵੇਂ ਦੇਖ ਰਹੀ ਹੈ? ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਜਾਣਾ, ਉਹ ਸਾਡੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਔਰ ਕਾਂਗਰਸ ਦੇ ਵਿੱਚ ਹੈ ਤੇ ਸਾਰੀ ਕਾਂਗਰਸ ਪਾਰਟੀ ਦਾ ਫਰਜ਼ ਬਣ ਜਾਂਦਾ ਹੈ ਉਹਨਾਂ ਦੇ ਨਾਲ ਖੜਨਾ। ਸੁਖੀ ਰੰਧਾਵਾ ਤਾਂ ਕਹਿੰਦੇ ਚੰਗਾ ਹੋ ਗਿਆ। ਇਲੈਕਸ਼ਨ ਦੇ ਦੌਰਾਨ ਇੱਕ ADR ਦੀ ਰਿਪੋਰਟ ਆਈ ਸੀ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ। ਉਸ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ 2011 ਤੋਂ ਲੈ ਕੇ 21 ਤੱਕ ਜਿਹੜੇ ਪਾਰਟੀ ਛੱਡ ਕੇ ਦੂਸਰੇ ਪਾਰਟੀ ਦੇ ਵਿੱਚ ਗਏ ਉਸ ਦੇ ਵਿੱਚ ਗਿਣਤੀ ਕਾਂਗਰਸ ਦੀ ਸਭ ਤੋਂ ਜ਼ਿਆਦਾ ਸੀਗੀ, 2200 ਤੋਂ ਕਰੀਬ ਕੁਝ ਲੀਡਰ ਸੀਗੇ। ਇਸ ਟ੍ਰੈਂਡ ਨੂੰ ਤੋੜੋਗੇ ਕਿਵੇਂ ਆਸ਼ੂ ਜੀ? ਪੰਜਾਬ ਦੇ ਵਿੱਚ ਤੇ ਹੁਣ ਜ਼ਿੰਮੇਵਾਰੀ ਤੇ ਚੈਲੰਜ ਤੁਹਾਡੇ ਲਈ ਹੈ। ਸੁਨੀਲ ਜਾਖੜ ਉਹਨਾਂ ਨੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਕਹਿ ਦਿੱਤੀ, ਕਹਿੰਦੇ ਪੰਜਾਬ ਨੂੰ ਇਨਡਾਇਰੈਕਟਲੀ ਇੱਕ ਸਪੈਸ਼ਲ ਸਟੇਟਸ ਦੇ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ। ਜੇ ਇਹਦੇ ਨਾਲ ਹੀ ਸਟੇਟਸ ਦਿੱਤਾ ਜਾਂਦਾ ਤੇ ਤਾਂ ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਮਨਾਉਂਦੀ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਨਿਗਮ ਇਲੈਕਸ਼ਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਸੱਤਾ ਦੇ ਨਾਲ ਥਲੜਾ ਗਰਾਊਂਡ ਲੈਵਲ ਦਾ ਵਰਕਰ ਵੀ ਸ਼ਿਫਟ ਹੋ ਰਿਹਾ ਸੱਤਾ ਵੱਲ। ਇਹ ਅੱਜ ਵਾਪਸ ਆਉਣ ਨੂੰ ਤਿਆਰ ਬੈਠੇ ਆ ਸਾਰੇ ਕਾਉਂਸਲਰ। ਕਿ ਇੱਕ ਨੈਸ਼ਨਲਿਜ਼ਮ ਦਾ ਮੁੱਦਾ ਲੈ ਲਓ, ਤੁਸੀਂ ਨੈਸ਼ਨਲਿਜ਼ਮ ਦੀ ਪੋਲਿਟਿਕਸ ਕਰ ਲਓ, ਇੱਕ ਕਲਾਸ ਬੇਸਡ ਪੋਲਿਟਿਕਸ ਕਰ ਲਓ ਤੇ ਇੱਕ ਬੈਨੀਫੀਸ਼ੀਅਰੀ ਦੀ ਪੋਲਿਟਿਕਸ ਕਰ ਲਓ। ਆਮ ਆਦਮੀ ਪਾਰਟੀ ਵੀ ਇੱਕ ਉਸੇ ਤਰ੍ਹਾਂ ਦੀ ਕਰ ਰਹੀ ਹੈ ਪੰਜਾਬ ਦੇ ਵਿੱਚ। ਇਸ ਲਈ ਇਹ ਮੰਨਿਆ ਜਾਂਦਾ ਕਿ ਬਹੁਤਾ ਕੁਛ ਉਹਨੂੰ ਕਾਊਂਟਰ ਕਰਨ ਨੂੰ ਹੈ ਨਹੀਂ। ਇੰਨਾ ਕੁਝ ਝੂਠ ਤੂਫਾਨ ਔਰ ਤਮਾਸ਼ਾ ਕਰ ਰੱਖਿਆ ਹੋਇਆ ਸੀਗਾ ਜਿਹਦੇ ਨਾਲ ਉਹ ਆਪ ਐਕਸਪੋਜ਼ ਹੁੰਦੇ ਜਾ ਰਹੇ। ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਸਾਲੇ ਜੀ ਜੌਹਲ ਨੇ ਬੜੇ ਐਲੀਗੇਸ਼ਨ ਲਾਏ ਭਾਰਤ ਭੂਸ਼ਣ ਆਸ਼ੂ ਹੁਣਾਂ ਤੇ ਵੀ, ਕਹਿੰਦੇ ਜਦੋਂ ਡਿਸਪਲਿਨਰੀ ਐਕਸ਼ਨ ਬਾਕੀਆਂ ਤੇ ਹੋ ਰਿਹਾ ਤੇ ਭਾਰਤ ਭੂਸ਼ਣ ਆਸ਼ੂ ਤੇ ਕਿਉਂ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੇ ਮਨਪ੍ਰੀਤ ਬਾਦਲ ਦੇ ਅਗੇਂਸਟ ਲੋਕਾਂ ਨੂੰ ਵੋਟ ਪਾਉਣ ਦੀ ਭੜਕਾਉਣ ਦੀ ਗੱਲ ਕੀਤੀ ਸੀ। ਉਹਨਾਂ ਕੋਲ ਸਪੈਸ਼ਲ ਪ੍ਰਿਵਿਲੇਜ ਹੈ ਇੱਕ ਰਿਸ਼ਤੇ ਦੀ, ਤਾਂ ਉਹਨੂੰ ਇੰਜੋਏ ਕਰ ਰਹੇ ਹੈ। ਤੁਸੀਂ ਕਿਹਾ ਸੀ ਕਿ ਮਨਪ੍ਰੀਤ ਨੂੰ ਹਰਾ ਦਿਓ, ਜੇ ਹਰਾਣਾ ਤੇ ਫਿਰ ਨਾ ਵੋਟਾਂ ਪਾਓ ਮਨਪ੍ਰੀਤ ਨੂੰ। ਆਸ਼ੂ ਜੀ, ਸਭ ਤੋਂ ਪਹਿਲਾਂ 2 ਦਿਨ 2 ਵੱਡੇ ਝਟਕੇ, ਸੁਨੀਲ ਜਾਖੜ ਦਾ ਜਾਣਾ ਪਾਰਟੀ ਛੱਡ ਕੇ ਤੇ ਨਵਜੋਤ ਸਿੰਘ ਸਿੱਧੂ ਦਾ ਹੁਣ ਜੇਲ੍ਹ ਦੇ ਵਿੱਚ ਜਾਣਾ ਤੈਅ ਹੈਗਾ। ਸੁਪਰੀਮ ਕੋਰਟ ਨੇ ਉਹਨਾਂ ਦੀ 1 ਹਫ਼ਤੇ ਦੀ ਜਿਹੜਾ ਸਮਾਂ ਮੰਗਿਆ ਸੀ ਉਹ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਪਾਰਟੀ ਦੇ ਕਿਸ ਤਰ੍ਹਾਂ ਰਹੀ ਹੈ ਇਸ ਘਟਨਾਕ੍ਰਮ ਨੂੰ? ਪਹਿਲਾ ਕਮੈਂਟ। ਦੇਖੋ, ਜਾਖੜ ਸਾਹਿਬ ਤਾਂ ਕਾਂਗਰਸ ਪਹਿਲਾਂ ਹੀ ਛੱਡ ਗਏ ਸੀ। ਉਹਨਾਂ ਨੇ ਕਿਸੇ ਪਾਰਟੀ 'ਚ ਜਾਣਾ ਜਾਂ ਜਿਵੇਂ ਪਹਿਲਾਂ ਕਹਿੰਦੇ ਸੀਗੇ ਵੀ ਮੈਂ ਹੁਣ ਐਕਟਿਵ ਪੋਲਿਟਿਕਸ 'ਚ ਨਹੀਂ ਰਹਿਣਾ, ਮੈਂ ਇਲੈਕਟੋਰਲ ਪੋਲਿਟਿਕਸ 'ਚ ਨਹੀਂ ਰਹਿਣਾ। ਹੁਣ ਮੈਨੂੰ ਨਹੀਂ ਪਤਾ ਵੀ ਜਾਖੜ ਸਾਹਿਬ ਵਰਗੇ ਕੱਦ ਦੇ ਲੀਡਰ ਨੂੰ ਔਰ ਜਿਹਨੂੰ ਸਾਰੇ ਐਡਮਾਇਰ ਕਰਦੇ ਉਹ ਬਾਰੀ-ਬਾਰੀ ਆਪਣਾ ਸਟੈਂਡ ਕਿਉਂ ਬਦਲਦੇ ਰਹੇ, ਕਿੰਨਾ ਕਾਰਨਾਂ ਕਰਕੇ ਬਦਲਦੇ ਰਹੇ, ਮੈਨੂੰ ਤਾਂ ਪਤਾ ਨਹੀਂ। ਇਹ ਉਹ ਹੀ ਬਿਹਤਰ ਦੱਸ ਸਕਦੇ ਆ। ਪਰ ਉਹਨਾਂ ਦਾ ਜਦੋਂ ਕਾਂਗਰਸ ਦੇ ਨਾਲੋਂ ਲਗਾਵ ਘਟਦਾ ਜਾ ਰਿਹਾ ਸੀਗਾ, ਕਾਂਗਰਸੀ ਸਾਰੇ ਦੇਖ ਰਹੇ ਸੀਗੇ। ਉਸ ਤੋਂ ਬਾਅਦ ਕਾਂਗਰਸ ਨੂੰ ਛੱਡਣ ਲੱਗਿਆਂ ਲੀਡਰਸ਼ਿਪ ਲਈ ਆਪਣੇ ਵਿਚਾਰ ਜਿਹੜੇ ਲੋਕਾਂ ਨਾਲ ਉਹਨਾਂ ਨੇ ਸਾਂਝੇ ਕਰੇ, ਉਹ ਅੱਜ ਤਾਈਂ ਕਾਂਗਰਸ ਦੇ ਅੰਦਰ ਬੜੇ ਪਲੇਟਫਾਰਮ ਨੇ, ਉਹਨਾਂ ਨੇ ਕਿਉਂ ਨਹੀਂ ਕਿਸੇ ਨਾਲ ਸਾਂਝੇ ਕਰੇ? ਹਮੇਸ਼ਾ ਤੋਂ ਹਰ ਪਾਰਟੀ ਦੇ ਅੰਦਰ ਕੁਝ ਨਾ ਕੁਝ ਇੱਕ ਦੂਸਰੇ ਦੇ ਨਾਲ ਡਿਫਰੈਂਸ ਆਫ ਓਪੀਨੀਅਨ ਰਹਿੰਦਾ ਆ ਤੇ ਹਰੇਕ ਪਾਰਟੀ ਦੇ ਅੰਦਰ ਇਹੋ ਜਿਹੇ ਪਲੇਟਫਾਰਮ ਵੀ ਨੇ ਜਿੱਥੇ ਉਹ ਰਿਜ਼ੋਲਵ ਹੋ ਜਾਂਦੇ ਇਸ਼ੂਜ਼। ਇਹ ਕੋਈ ਗੱਲ ਨਹੀਂ ਸੀ। ਇਹ ਕੋਈ ਮੈਨੂੰ ਐਂ ਹੀ ਲੱਗਦਾ ਵੀ ਕਮਜ਼ੋਰ ਪੋਲੀਟੀਸ਼ੀਅਨ ਆਖਿਰ 'ਚ ਜਾ ਕੇ ਸਾਬਤ ਹੋਏ। 50 ਸਾਲ ਦਾ ਐਡਾ ਕੈਰੀਅਰ ਸੀਗਾ, ਮੈਨੂੰ ਜਾਪਦਾ ਨਹੀਂ ਸੀਗਾ ਇਹੋ ਜਿਹਾ ਸਟੈਪ ਉਹ ਲੈਣਗੇ, ਪਰ ਅਗਰ ਉਹਨਾਂ ਨੇ ਲਿੱਤਾ ਤਾਂ ਉਹਨਾਂ ਦੀ ਕਮਜ਼ੋਰੀ ਦੱਸੀ, ਇਹਦੇ 'ਚ ਕੋਈ ਤਾਕਤ ਨਹੀਂ ਨਜ਼ਰ ਆਈ। ਪਰ ਆਸ਼ੂ ਜੀ, ਜਦੋਂ ਐਡੇ ਵੱਡੇ ਕੱਦ ਦੇ ਲੀਡਰ 50 ਸਾਲ ਪਾਰਟੀ ਨੂੰ ਦੇਣ ਦੇ, ਤੀਸਰੀ ਪੀੜ੍ਹੀ ਦੇ ਲੀਡਰ, ਤੁਸੀਂ ਇੰਨੇ ਸੀਨੀਅਰ ਕਾਂਗਰਸੀ ਲੀਡਰ ਹੋ, ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈਗਾ ਕਾਂਗਰਸ ਦੇ ਨਾਲ, ਜਦੋਂ ਇਸ ਪੱਧਰ ਤੇ ਆ ਕੇ ਲੀਡਰ ਪਾਰਟੀ ਬਦਲ ਲੈਂਦੇ ਨੇ ਤੇ ਇਹ ਗੱਲ ਕਿਹਾ ਜਾਂਦਾ ਕਿ ਇੱਕ ਖਾਸ ਧਰਮ ਜਾਤੀ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰ ਰਹੀ ਸੀ ਪਾਰਟੀ, ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਸੀ, ਇਹਦਾ ਮੈਸੇਜ ਕੀ ਜਾਂਦਾ? ਤੁਸੀਂ ਸੰਗਠਨ ਦੀ ਜ਼ਿੰਮੇਵਾਰੀ ਆ ਹੁਣ ਤੁਹਾਡੇ ਕੋਲ ਬਤੌਰ ਕਾਰਜਕਾਰੀ ਪ੍ਰਧਾਨ, ਬੂਥ ਲੈਵਲ ਤੱਕ ਥੱਲੇ ਤੱਕ ਵਰਕਰ 'ਚ ਮੈਸੇਜ ਕੀ ਗਿਆ ਇਹਦਾ? ਮੇਰਾ ਕਹਿਣ ਨਾਲ ਕੀ ਹੋਣਾ ਹੈ, ਵਰਕਰ ਔਰ ਦੁਨੀਆ ਇਹ ਦੇਖਦੀ ਹੈ ਵੀ ਜਦੋਂ ਆਪਾਂ ਪ੍ਰਧਾਨ ਬਣਦੇ ਆ PPCC ਦੇ, ਉਦੋਂ ਵੀ ਹਿੰਦੂ ਹੀ ਆ।
ਜਦੋਂ ਅਸੀਂ MP ਬਣਦੇ ਆ, MLA ਬਣਦੇ ਆ, 3-3 ਪੀੜ੍ਹੀਆਂ ਤਾਈਂ ਉਹਨਾਂ ਦੇ ਫਾਦਰ ਸਾਹਿਬ ਸਪੀਕਰ, ਸਭ ਤੋਂ ਲੰਬੇ ਟਾਈਮ ਰਹਿਣ ਵਾਲੇ ਸਪੀਕਰ ਹੈ, ਉਦੋਂ ਵੀ ਹਿੰਦੂ ਹੀ ਸੀਗੇ। ਕੋਈ ਐਸੀ ਗੱਲ ਹੀ ਨਹੀਂ ਸੀ। ਇੱਕ ਲੀਡਰ ਨੇ ਅਗਰ ਕੋਈ ਕਹਿ ਦਿੱਤਾ ਤੇ ਉਹਦੀ ਗੱਲ ਨੂੰ ਖਿੱਚ ਕੇ ਆਪਾਂ ਐਡੀ ਵੱਡੀ ਗੱਲ ਕਰ ਲਈਏ। ਕਾਂਗਰਸ ਪਾਰਟੀ ਦੇ ਅੰਦਰ ਜਦੋਂ ਕੁਝ ਬਣਨਾ ਹੁੰਦਾ ਹੈ, ਉਹਦੇ ਲਈ 2 3 4 ਬੰਦੇ ਸਾਹਮਣੇ ਆ ਜਾਂਦੇ ਆ, ਇੱਕ ਬਣ ਗਿਆ ਦੂਸਰਾ ਰਹਿ ਗਿਆ, ਤੇ ਇਹਦਾ ਮਤਲਬ ਹੁਣ ਇਹ ਕੰਮ ਸ਼ੁਰੂ ਹੀ ਹੋ ਜਾਏ ਵੀ ਜੇ ਮੈਂ CM ਹੈ ਤਾਂ ਹੈ, ਨਹੀਂ ਤਾਂ ਨਹੀਂ ਆ। ਇਹ ਤਾਂ ਕੁਝ ਨਹੀਂ। ਪਰ ਜਾਖੜ ਕਹਿੰਦੇ ਕਿ ਮੈਂ ਰਾਸ਼ਟਰਵਾਦ, ਭਾਈਚਾਰਕ ਸਾਂਝ, ਏਕਤਾ ਦੇ ਮੁੱਦੇ ਨੂੰ ਲੈ ਕੇ ਨਾਰਾਜ਼ ਹੋਇਆ। ਮੇਰੀ ਨਾਰਾਜ਼ਗੀ ਇਹ ਸੀਗੀ ਪਾਰਟੀ ਦੀ, ਯਾਨੀ ਰਾਸ਼ਟਰਵਾਦ, ਭਾਈਚਾਰਕ ਸਾਂਝ ਦੀ ਏਕਤਾ ਦਾ ਮੁੱਦਾ ਕਾਂਗਰਸ ਨੇ ਨਜ਼ਰਅੰਦਾਜ਼ ਕੀਤਾ ਪੰਜਾਬ ਦੇ ਵਿੱਚ। ਬਹੁਤ ਸਾਰੇ ਇੰਟਰਵਿਊਜ਼ ਵੀ ਹੋਏ। ਸੁਨੀਲ ਜਾਖੜ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਕਿ 42 MLA ਦੀ ਸਪੋਰਟ ਸੀਗੀ ਤਾਂ ਵੀ CM ਨਹੀਂ ਬਣਾਇਆ। ਮੇਰੇ ਨਾਲ ਵੀ 2 ਇੰਟਰਵਿਊ ਹੋ ਚੁੱਕੇ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਓਪਨਲੀ ਇਹ ਗੱਲ ਕਹੀ ਸੀ। ਦੇਖੋ, ਕਿਤੇ ਨਾ ਕਿਤੇ ਅਸੀਂ ਵੀ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ। ਇਹਦੇ 'ਚ ਕੋਈ ਦੋ ਰਾਏ ਨਹੀਂ, ਮੈਂ ਓਪਨਲੀ ਕਹਿ ਦਿੰਦਾ। ਪਰ ਪਾਰਟੀ ਦਾ ਜਾਬਤਾ ਹੈ ਜਿਹਨੂੰ ਜਿਹੜੇ 42 MLA ਦਾ ਜ਼ਿਕਰ ਕਰਦੇ ਸੀ, ਭਾਰਤ ਭੂਸ਼ਣ ਆਸ਼ੂ ਦਾ ਸਪੋਰਟ ਸੀਗਾ ਉਹਨਾਂ ਨੂੰ। ਮੈਂ ਤਾਂ ਕਹਿਣਾ ਵੀ ਮੈਂ ਓਪਨਲੀ ਕਹਿਣਾ ਮੈਂ ਜਾਖੜ ਸਾਹਿਬ ਦੇ ਨਾਲ ਸੀਗਾ। ਪਰ ਆਹ ਜਿਹੜਾ ਸਟੈਪ ਲੈਣਾ ਇਹ ਔਰ ਉਹਨੂੰ ਜਸਟੀਫਾਈ ਕਰਨਾ ਫਿਰ ਬਈ ਜੀ ਮੈਂ ਹਿੰਦੂਆਂ ਦੀ ਇੱਥੇ ਨਹੀਂ ਜਗ੍ਹਾ ਜੀ, ਇਹ ਸੈਕੂਲਰ ਪਾਰਟੀ ਹੈ ਸਾਹਿਬ ਸਾਡੀ। ਇੱਥੇ ਹੀ ਜਾਖੜ ਸਾਹਿਬ ਦਾ ਗ੍ਰੇਡ ਵੀ ਇਸੇ ਪਾਰਟੀ ਨੇ ਬਣਾਇਆ। ਤੇ ਜੇ ਅੱਜ ਤੁਸੀਂ ਉੱਥੇ ਪਹੁੰਚ ਕੇ ਜਦੋਂ ਰੀਪੇ ਕਰਨ ਦਾ ਟਾਈਮ ਆਉਂਦਾ ਤੇ ਉਦੋਂ ਰਾਸ਼ਟਰਵਾਦ ਹੀ ਕਾਂਗਰਸ ਪਾਰਟੀ ਹੈ। ਮੈਨੂੰ ਤਾਂ ਤੁਸੀਂ ਇਹ ਦੱਸੋ ਬਈ ਹੋਰ ਕਿਹੜੀਆਂ ਪਾਰਟੀਆਂ ਨੇ ਇਸ ਹਿੰਦੁਸਤਾਨ ਨੂੰ ਇਕੱਠਾ ਕਰਨ ਲਈ ਇੰਨੀਆਂ ਸ਼ਹਾਦਤਾਂ ਦਿੱਤੀਆਂ ਔਰ ਟੌਪ ਲੀਡਰਸ ਨੇ ਦਿੱਤੀਆਂ। ਮਿਸਿਸ ਗਾਂਧੀ, ਰਾਜੀਵ ਗਾਂਧੀ, ਇੱਥੇ ਸਰਦਾਰ ਬਿਆਨ ਸਿੰਘ, ਕਾਹਦੇ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ? ਕੋਈ ਵੱਟ ਦਾ ਰੌਲਾ ਸੀ? ਅਗਰ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਇਸ ਮੁਲਕ ਨੂੰ ਇਕੱਠਾ ਰੱਖਣ ਲਈ ਦਿੱਤੀਆਂ। ਤੇ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈ, ਇਸ ਪਾਰਟੀ ਨੂੰ ਆਜ਼ਾਦ ਕਰਾਉਣ 'ਚ ਕਿਹਨਾਂ ਦਾ ਹੱਥ ਸੀ? ਇਸੇ ਪਾਰਟੀ ਦੇ ਲੀਡਰਾਂ ਦਾ ਸੀ। ਤੇ ਅੱਜ ਤੁਸੀਂ ਆਲ ਆਫ ਸਡਨ ਵੀ ਮੈਨੂੰ 42 ਦਾ ਸਪੋਰਟ ਸੀ ਇਸ ਕਰਕੇ ਬਣਾਇਆ, ਨਹੀਂ ਤਾਂ ਇਹਦੀ ਰਾਸ਼ਟਰਵਾਦ ਵੀ ਖਤਮ ਹੋ ਗਿਆ, ਇਹ ਪਾਰਟੀ ਧਰਮ ਨਿਰਪੇਖ ਵੀ ਨਹੀਂ ਰਹੀ, ਇਹਦੇ 'ਚ ਸਾਰੀਆਂ ਕਮਜ਼ੋਰੀਆਂ ਆ ਗਈਆਂ। ਇੱਕ ਦਿਨ 'ਚ ਨਹੀਂ ਹੁੰਦਾ ਸਾਹਿਬ ਇਹ ਸਾਰਾ, ਜਾਂ ਇਹ 4 ਮਹੀਨਿਆਂ 'ਚ ਨਹੀਂ ਹੁੰਦਾ। ਜਦੋਂ ਕਾਂਗਰਸ ਚਰਨਜੀਤ ਚੰਨੀ ਨੂੰ ਇੱਕ ਬਤੌਰ ਦਲਿਤ ਚਿਹਰਾ CM ਬਣਾ ਕੇ ਅੱਗੇ ਲੈ ਆਂਦੀ ਹੈ, ਮੰਨਿਆ ਜਾਂਦਾ ਕਿ ਇਹ ਵਾਲਾ ਜਿਹੜਾ ਤਜਰਬਾ ਹੈਗਾ ਇਹ ਦੂਜੀਆਂ ਸਟੇਟਸ ਦੇ ਵਿੱਚ ਵੀ ਕੰਮ ਕਰੇਗਾ। ਜਦੋਂ ਸੁਨੀਲ ਜਾਖੜ ਵਾਲਾ ਵੱਡਾ ਚਿਹਰਾ ਇਹ ਕਹਿੰਦਾ ਕਿ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਮੈਨੂੰ ਬਤੌਰ ਹਿੰਦੂ ਹੋਣ ਤੇ CM ਨਹੀਂ ਬਣਾਇਆ ਗਿਆ, ਅੰਬਿਕਾ ਸੋਨੀ ਦੀ ਗੱਲ ਪਾਰਟੀ ਹਾਈ ਕਮਾਂਡ ਨੇ ਮੰਨ ਲਈ, ਤੁਹਾਨੂੰ ਲੱਗਦਾ ਨਹੀਂ ਕਿ ਫਿਰ ਇਹਦਾ ਅਸਰ ਵੀ ਪੰਜਾਬ ਦੇ ਵਿੱਚ ਜਾਂ ਦੂਸਰੇ ਸਟੇਟਸ ਦੇ ਵਿੱਚ ਜਾਏਗਾ ਕਿ ਸ਼ਾਇਦ ਹਿੰਦੂ ਲੀਡਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ? ਵੈਸੇ ਮੈਂ ਜਿੰਨਾ ਕੁ ਜਾਖੜ ਸਾਹਿਬ ਨੂੰ ਸਮਝਦਾ ਸੀਗਾ ਨਾ, ਉਹਨਾਂ ਦਾ ਕਹਿਣਾ ਇਹ ਰਿਹਾ ਵੀ ਲੀਡਰ ਹੁੰਦਾ, ਉਹ ਕਿਸੇ ਜਾਤਾਂ ਨਾਲ ਬੰਨਿਆ ਨਹੀਂ ਹੁੰਦਾ। ਜਿਹੜਾ ਵੀ ਲੀਡਰ ਹੋਏਗਾ ਸਾਰੀਆਂ ਹੀ ਜਾਤਾਂ ਉਹਨੂੰ ਆਪਣਾ ਲੀਡਰ ਮੰਨਦੀ। ਪਰ ਇਹ ਨੈਰੇਟਿਵ ਤੇ ਖੜਾ ਕੀਤਾ, ਇਹ ਨੈਰੇਟਿਵ ਹੁਣ ਅੱਜ ਦੇ ਸੰਦਰਭ 'ਚ ਜੇ ਗੱਲ ਕਰੀਏ ਤਾਂ ਇਹ ਨੈਰੇਟਿਵ ਖੜਾ ਹੀ ਕਿਹਨੇ ਕੀਤਾ? ਇਹ ਅੱਜ ਤੋਂ ਪਹਿਲਾਂ ਕਿਉਂ ਨਹੀਂ ਸੀ ਇਹੋ ਜਿਹਾ ਕੰਮ ਹੁੰਦਾ? ਅੱਜ ਹੀ ਕਿਉਂ ਹੋਣ ਲੱਗ ਗਿਆ? ਅੱਜ ਧਰਮਾਂ ਦੀ ਰਾਜਨੀਤੀ ਕਿਉਂ ਸਾਹਮਣੇ ਉੱਭਰ ਕੇ ਆ ਗਈ? ਪੰਜਾਬ ਉਹਦੇ ਤੋਂ ਬਚਿਆ ਹੋਇਆ ਸੀ, ਅੱਜ ਪੰਜਾਬ ਵੀ ਉਸੇ ਲਪੇਟ 'ਚ ਹੈ। ਜੇ ਅਗਰ BJP ਦੀ ਪੋਲਿਟਿਕਸ ਹੀ ਇਹ ਹੈ ਵੀ ਜੇ ਹਿੰਦੂਇਜ਼ਮ ਤੇ ਹੀ ਉਹਨਾਂ ਨੇ ਲੜਾਈ ਕਰਨੀ ਹੈ ਸਾਰੀ, ਤੇ ਆਪਣਾ ਨੈਰੇਟਿਵ ਬਣਾ ਕੇ ਤੇ ਆਪਣੀ ਪੋਲਿਟਿਕਸ ਉਹਦੇ ਤੇ ਡਿਵੈਲਪ ਕਰਨੀ, ਉਹਦੇ ਤੇ ਹੀ ਖੜੀ ਕਰਨੀ ਹੈ, ਤੇ ਫਿਰ ਹੁਣ ਇਹ ਲੋਕਾਂ ਨੇ ਦੇਖਣਾ ਹੈ ਵੀ ਇਸ ਮੁਲਕ ਨੂੰ, ਉਹਨਾਂ ਦਾ ਜਿਹੜਾ ਇਸ ਮੁਲਕ ਦਾ ਜਿਹੜੀ ਖੂਬਸੂਰਤੀ ਹੈ, ਜਿਹੜਾ ਸਾਡਾ ਤਾਣਾ ਬਾਣਾ ਹੈ, ਉਹਨੂੰ ਖਰਾਬ ਕਰਨਾ ਹੈ ਕਿ ਉਹਨੂੰ ਅਸੀਂ ਤਕੜਿਆਂ ਕਰਕੇ ਰੱਖਣਾ ਹੈ। ਤੁਹਾਨੂੰ ਲੱਗਦਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਬਤੌਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਕਿਤੇ ਹਿੰਦੂ ਸੈਕਸ਼ਨ ਨੂੰ ਕਨਵਿੰਸ ਕਰਨਾ ਪੈ ਸਕਦਾ ਕਿ ਜਾਖੜ ਜੋ ਕਹਿ ਰਹੇ ਗਲਤ ਹੈ? ਮੈਂ ਤਾਂ ਅਗਰ ਪ੍ਰਧਾਨਗੀ ਕਰਦਾ ਤਾਂ ਵਰਕਿੰਗ ਪ੍ਰਧਾਨ ਆ ਤਾਂ ਸਾਰਿਆਂ ਦਾ ਹੀ। ਉਹਦੇ 'ਚ ਇਹ ਨਹੀਂ ਹੈ ਵੀ ਛੋਟਾ ਜਿਹਾ ਸੈਕਸ਼ਨ ਇੱਕ ਹਿੰਦੂ ਹੈ ਤਾਂ ਮੈਂ ਉਹਨੂੰ ਕਰਾਂਗਾ ਤੇ ਰਾਜਾ ਵੜਿੰਗ ਸਿੱਖ ਨੂੰ ਕਰੇਗਾ, ਤੇ ਜਾਂ ਕੋਈ ਲੀਡਰ ਆ ਜਾਏਗਾ, ਐਸੀ ਲੀਡਰ ਹੋਏਗਾ ਤਾਂ ਉਸ ਕਮਿਊਨਿਟੀ ਨੂੰ ਹੀ ਕਰੇਗਾ। ਮੈਂ ਫਿਰ ਤੁਹਾਨੂੰ ਕਹਿੰਦਾ ਲੀਡਰ ਹੀ ਹੁੰਦਾ ਹੈ, ਉਹ ਹਰੇਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਹਰੇਕ ਨੂੰ ਨਾਲ ਲੈ ਕੇ ਚੱਲਣ ਦੀ ਉਹਦੇ ਡੈਮੇਜ ਨਹੀਂ ਕਰੂਗੀ। ਤੁਸੀਂ ਕਹਿ ਰਹੇ ਹੋ ਜਾਖੜ ਦੀ ਅਗਰ ਇਹ ਬਣੀ ਹੈ ਤੇ ਸਾਨੂੰ ਇਹਦੇ ਵਾਸਤੇ ਵੀ ਲੋਕਾਂ 'ਚ ਜਾਣਾ ਪਏਗਾ, ਇਹ ਧਾਰਨਾ ਖਤਮ ਕਰਨੀ ਪਏਗੀ ਬਈ ਪੰਜਾਬ ਦੀ ਜਿਹੜੀ ਖੂਬਸੂਰਤੀ ਹੈ, ਉੱਥੇ ਜਿਹੜੀ ਹਿੰਦੂ ਸਿੱਖ ਭਾਈਚਾਰਕ ਸਾਂਝ ਹੈ, ਉਹ ਸਾਂਝ ਨੂੰ ਬਰਕਰਾਰ ਰੱਖਣ ਲਈ ਜੋ ਕਾਂਗਰਸ ਪਾਰਟੀ ਦੀ ਦੇਣ ਹੈ ਉਹ ਕਿਸੇ ਤੋਂ ਛੁਪੀ ਨਹੀਂ ਹੋਈ। ਜਦੋਂ BJP 'ਚ ਖੜ ਕੇ BJP ਦੇ ਮੰਚ ਤੋਂ
ਖੜ ਕੇ ਜਾਖੜ ਇਹ ਗੱਲ ਬੋਲਣਗੇ ਕਿ ਮੈਨੂੰ ਹਿੰਦੂ ਹੋਣ ਦੇ ਕਰਕੇ ਨਿਗਲੈਕਟ ਕਰ ਦਿੱਤਾ, ਤੁਹਾਨੂੰ ਲੱਗਦਾ ਨਹੀਂ ਉਹਦਾ ਅਸਰ ਵੱਧ ਜਾਊਗਾ? ਜਦੋਂ ਇਹ ਲੋਕਾਂ ਤਾਈਂ ਸਮਝ ਆਏਗੀ ਬਈ ਉਸ ਹਿੰਦੂ ਨੂੰ ਉਸ ਜੋਗਾ ਕਰਿਆ ਇਸ ਪਾਰਟੀ ਨੇ, ਤਾਂ ਲੋਕਾਂ ਨੂੰ ਆਪੇ ਸਮਝ ਆ ਜਾਏਗੀ। ਬੜੀ ਸਿੰਪਥੀ ਸੀ ਕੱਲ ਤੋਂ ਪਹਿਲਾਂ ਤਾਈਂ ਜਾਖੜ ਸਾਹਿਬ ਨਾਲ ਵੀ ਕਿਉਂ ਨਹੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ। ਪਰ ਜਦੋਂ ਜਾਖੜ ਸਾਹਿਬ ਨੇ ਆਪਣੇ, ਮੈਂ ਕਹਿੰਦਾ ਸੰਕੀਰਣ ਦਿਲ ਰੱਖ ਕੇ ਜਦੋਂ ਪਾਰਟੀ ਹੋਈ ਉਹ ਜੁਆਇਨ ਕਰ ਲਈ, ਤੇ ਸਾਰੀ ਆਈਡੀਓਲੋਜੀ ਹੋਈ ਨੂੰ ਹੀ ਨਹੀਂ ਛੱਡ, ਜਿਹੜੀਆਂ 3 ਪੀੜ੍ਹੀਆਂ ਤੋਂ ਉਹਨਾਂ ਦੀ ਆਪ ਦਾ ਪਰਿਵਾਰ ਉਸ ਆਈਡੀਓਲੋਜੀ ਦੇ ਮਗਰ ਚੱਲਦਾ ਪਿਆ। ਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬਈ ਹੁਣ ਕਿਹੜੇ ਮੂੰਹ ਨਾਲ ਜਿਹਨੂੰ ਅੱਜ ਤਾਈਂ ਨਿੰਦਦੇ ਰਹੇ ਆ ਉਸ ਪਲੇਟਫਾਰਮ ਤੇ ਖੜ ਕੇ ਉਹਦੇ ਗੁਣਗਾਨ ਕਰਨਗੇ। ਸਭ ਇਹੋ ਜੀ ਇੱਕ ਰਾਤ ਵਿੱਚ ਕੀ ਹੋ ਗਿਆ? ਇੱਕ ਰਾਤ ਵਿੱਚ ਫਿਰ ਤਾਂ ਇਹੀ ਹੋਇਆ ਨਾ ਵੀ ਮੈਨੂੰ ਨਹੀਂ ਤਾਂ ਮੈਂ ਨਹੀਂ। ਗੱਲ ਤਾਂ ਇੰਨੀ ਹੀ ਰਹਿ ਗਈ ਨਾ ਸਾਹਿਬ। ਫਿਰ ਉਹ ਸ਼ੇਰ ਕਹਿਣਾ ਵੀ ਕੁਝ ਤੋਂ ਮਜਬੂਰੀਆਂ ਰਹੀ ਹੋਗੀ, ਯੂੰ ਹੀ ਕੋਈ ਬੇਵਫਾ ਨਹੀਂ। ਹਾਂ, ਤੇ ਵਫਾ ਰਹੀ ਕਿੱਥੇ? ਵਫਾ ਦੀਆਂ ਗੱਲਾਂ ਤਾਂ ਉਹ ਕਰਨ ਨਾ ਜਿਨ੍ਹਾਂ ਨੂੰ ਵਫਾ ਦਾ ਪਤਾ ਹੋਵੇ। 2 ਦਿਨ ਬੜੇ ਭਾਰੇ ਰਹੇ ਕਾਂਗਰਸ ਦੇ ਲਈ। ਨਵਜੋਤ ਸਿੰਘ ਸਿੱਧੂ ਅੱਜ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ। ਮੈਨੂੰ ਲੱਗਦਾ ਕਿ ਜਦੋਂ ਤੱਕ ਲੋਕ ਇੰਟਰਵਿਊ ਦੇਖ ਰਹੇ ਹੋਣਗੇ ਸ਼ਾਇਦ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਹੋਣਗੇ, ਬੰਦ ਹੋਣਗੇ ਉਸ ਸਮੇਂ। ਕਾਂਗਰਸ ਇਸ ਇਨਸੀਡੈਂਟ ਨੂੰ ਕਿਵੇਂ ਦੇਖ ਰਹੀ ਹੈ, ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਜਾਣਾ? ਪੁਰਾਣਾ ਕੇਸ ਸੀਗਾ, ਕਾਫੀ ਦੇਰ ਤੋਂ ਲਟਕਦਾ ਆ ਰਿਹਾ ਸੀਗਾ। ਅੱਜ ਸਭ ਤੋਂ ਬੜੀ ਅਦਾਲਤ 'ਚੋਂ ਫੈਸਲਾ ਆ ਗਿਆ ਤੇ ਸਿੱਧੂ ਸਾਹਿਬ ਨੇ ਵੀ ਕਿਹਾ ਵੀ ਮੈਂ ਸਿਰ ਝੁਕਾਉਣਾ, ਜੋ ਫੈਸਲਾ ਆਇਆ ਤੇ ਮੈਂ ਉਹਨਾਂ ਨੂੰ ਮੰਨੂਗਾ। ਤੇ ਹੁਣ ਉਹਦੇ ਵਿੱਚ ਪੋਲਿਟਿਕਸ ਤਾਂ ਕੁਝ ਹੈ ਨਹੀਂ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕ੍ਰਿਕਟਰ ਸਨ, ਪੋਲਿਟਿਕਸ ਨਾਲ ਲੈਣਾ ਦੇਣਾ ਨਹੀਂ ਸੀ। ਪਰ ਅਗਰ ਸਾਡਾ ਕੋਈ ਕਾਂਗਰਸ ਪਾਰਟੀ ਦਾ ਇੱਕ ਵਰਕਰ ਵੀ ਜਦੋਂ ਜੇਲ੍ਹ ਜਾਂਦਾ ਤੇ ਪਾਰਟੀ ਉਹਦੇ ਨਾਲ ਖੜਦੀ ਹੈ। ਉਹ ਸਾਡੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਔਰ ਕਾਂਗਰਸ ਦੇ ਵਿੱਚ ਹੈ, ਤੇ ਸਾਰੀ ਕਾਂਗਰਸ ਪਾਰਟੀ ਦਾ ਫਰਜ਼ ਬਣ ਜਾਂਦਾ ਹੈ ਉਹਨਾਂ ਦੇ ਨਾਲ ਖੜਨਾ। ਕਾਂਗਰਸ ਖੜੂਗੀ ਨਾਲ, ਜੋ ਲੀਗਲ ਆਪਸ਼ਨਸ ਨੇ ਉਹਨਾਂ ਦਾ ਪਰਿਵਾਰ ਲੈ ਰਿਹਾ ਹੋਊਗਾ। ਅਗਰ ਕਿਤੇ ਪਾਰਟੀ ਦੀ ਜ਼ਰੂਰਤ ਹੋਏਗੀ ਤਾਂ ਮੈਂ ਸਮਝਦਾ ਪਾਰਟੀ ਨੂੰ ਜ਼ਰੂਰ ਖੜਨਾ ਚਾਹੀਦਾ। ਸੁਖੀ ਰੰਧਾਵਾ ਤਾਂ ਕਹਿੰਦੇ ਚੰਗਾ ਹੋ ਗਿਆ। ਸਭ ਦੀ ਆਪਦੀ ਸੋਚ ਹੈ। ਅਸੀਂ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਹੁੰਦੇ ਆ, ਮੇਰਾ ਪਹਿਲਾ ਕੰਮ ਇਹ ਹੈ ਵੀ ਕਾਂਗਰਸ ਪਾਰਟੀ ਦੇ ਸਿਰ ਜੋੜ ਕੇ ਰੱਖਣਾ ਸਾਰਿਆਂ ਦਾ। ਹਰੇਕ ਨੂੰ ਬਿਨਾਂ ਮਤਲਬ ਤੋਂ ਨਿੰਦੀ ਜਾਣਾ ਉਹ ਮੇਰਾ ਕੰਮ ਨਹੀਂ ਹੋਏਗਾ, ਮੇਰਾ ਜਾਂ ਸਾਡੇ ਪ੍ਰਧਾਨ ਸਾਹਿਬ ਦਾ, ਅਨਲੈਸ ਅੰਟਿਲ ਕੋਈ ਡਿਸਪਲਿਨ ਤੋਂ ਹੀ ਬਾਹਰ ਜਾਂਦਾ। ਹੁਣ ਮੇਰੀ ਪਰਸਨਲੀ ਲਾਈਕਿੰਗ ਔਰ ਡਿਸਲਾਈਕਿੰਗ ਕੁਝ ਵੀ ਹੋਵੇ, ਜਾਖੜ ਸਾਹਿਬ ਛੱਡ ਕੇ ਬੀਜੇਪੀ 'ਚ ਚਲੇ ਗਏ, ਇਸ ਸਟੈਪ ਨੂੰ ਕਿਵੇਂ ਦੇਖੋਗੇ ਤੁਸੀਂ? ਹਿੰਦੂ ਨਾਲ ਦੇਖਦੇ ਹੋ, ਮੈਂ ਇਸ ਤਰੀਕੇ ਦੇਖਦਾ ਵੀ ਜੇ ਮੈਂ ਨਹੀਂ ਤਾਂ ਕੁਝ ਨਹੀਂ। ਨਹੀਂ, ਮੈਂ ਹਿੰਦੂ ਨਾਲ ਨਹੀਂ ਦੇਖਦਾ, ਕਿਉਂਕਿ ਜਾਖੜ ਸਾਹਿਬ ਨੇ ਸਾਰੀ ਗੱਲ ਹੀ ਇੱਕ ਹਿੰਦੂ ਲੀਡਰ ਦੇ ਤੌਰ ਤੇ ਪ੍ਰੋਜੈਕਟ ਕੀਤੀ, ਆਪਣੇ ਗਲਤ ਸਟੈਪ ਨੂੰ ਜਸਟੀਫਾਈ ਕਰਨ ਲਈ। ਬਈ ਮੈਂ ਇਹ ਸਟੈਪ ਲੈਣਾ ਚਾਹ ਰਿਹਾ, ਇਸ ਕਰਕੇ ਮੈਂ ਇਸ ਗੱਲ ਨੂੰ ਜਸਟੀਫਾਈ ਕਰ ਲਾਂ, ਕਿਉਂਕਿ ਅਸੀਂ ਮੀਡੀਆ ਦੀ ਕ੍ਰੀਏਟ ਨਹੀਂ ਕੀਤੀ ਹੋਈ। ਹੁਣ ਇਹ ਹਰ ਕਾਂਗਰਸੀ ਇਹ ਸੋਚੂਗਾ ਵੀ ਇਹਨਾਂ ਨੇ ਜੇ ਇਹ ਸਟੈਪ ਲੈਣਾ ਸੀ ਤਾਂ ਸ਼ਾਇਦ ਇਹ 3 ਮਹੀਨੇ ਤੋਂ ਉਹਦੀ ਹੀ ਤਿਆਰੀ ਕਰ ਰਹੇ ਸੀ, ਔਰ ਕਾਂਗਰਸ ਨੂੰ ਨੁਕਸਾਨ ਕਰਨ 'ਚ ਇਹਨਾਂ ਦਾ ਵੀ ਹੱਥ ਹੋਵੇ, ਜਿਹੜਾ ਪਰਸੋਂ ਤੋਂ ਪਹਿਲਾਂ ਤਾਂ ਮੈਂ ਨਹੀਂ ਸੋਚ ਰਿਹਾ ਸੀ, ਅੱਜ ਮੈਂ ਵੀ ਸੋਚਣ ਤੇ ਮਜਬੂਰ ਹਾਂ। ਇਹ ਫਰਕ ਹੈ, ਇਹ ਫਰਕ ਹੈ ਸਰ। ਤੁਹਾਡੇ ਐਕਸ਼ਨਸ ਦੱਸਦੇ ਆ, ਤੁਹਾਡੀ ਬੋਲੀ ਨਾਲੋਂ ਜ਼ਿਆਦਾ ਤੁਸੀਂ ਕਰ ਕੀ ਰਹੇ ਹੋ, ਲੋਕੀ ਇਹਨੂੰ ਦੇਖਦੇ ਆ, ਉਹਦੇ ਤੋਂ ਆਪਣਾ ਓਪੀਨੀਅਨ। ਪਰ ਬੀਜੇਪੀ ਜਿਹੜੀ ਸਿੱਖ ਸੈਕਸ਼ਨ ਦੇ ਵਿੱਚ ਇੱਕ ਆਪਣੀ ਪਕੜ ਗ੍ਰਿਪ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਨੀਲ ਜਾਖੜ ਹੁਣਾਂ ਨੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਕਹਿ ਦਿੱਤੀ, ਕਹਿੰਦੇ ਪੰਜਾਬ ਨੂੰ ਇਨਡਾਇਰੈਕਟਲੀ ਇੱਕ ਸਪੈਸ਼ਲ ਸਟੇਟਸ ਦੇ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ, ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ। ਬਹੁਤ ਅੱਛੀ ਗੱਲ ਹੈ, ਗੁਰੂਆਂ ਦੇ ਅੱਜ ਪ੍ਰਕਾਸ਼ ਉਤਸਵ ਮਨਾਣੇ, ਇਹ ਬਹੁਤ ਵਧੀਆ ਗੱਲ ਹੈ। ਜੇ ਇਹਦੇ ਨਾਲ ਹੀ ਸਟੇਟਸ ਦਿੱਤਾ ਜਾਂਦਾ ਤੇ ਤਾਂ ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਮਨਾਉਂਦੀ ਆ ਰਹੀ ਹੈ। ਤੇ ਅਸੀਂ ਜਦੋਂ ਕਹਿ ਦਿੰਦੇ ਹਾਂ ਧਰਮ ਨਿਰਪੇਖ ਪਾਰਟੀਆਂ, ਤੇ ਅਸੀਂ ਜਿੰਨੇ ਹਿੰਦੂ ਤਿਉਹਾਰ ਹੈ ਜਾਂ ਗੁਰਪੁਰਬ ਨੇ ਜਾਂ ਕੋਈ ਕ੍ਰਾਈਸਟ, ਕ੍ਰਿਸਮਸ, ਗੁੱਡ ਫਰਾਈਡੇ ਵਗੈਰਾ ਆਉਂਦੇ, ਸਾਰਾ ਕੁਝ ਮਨਾਉਂਦੇ ਆ, ਈਦ ਮਨਾਈ ਜਾਂਦੀ ਹੈ। ਜਦ ਸਾਡਾ ਸੋਸ਼ਲ ਫੈਬਰਿਕ ਹੀ ਇਹੋ ਜਿਹਾ ਹੈ ਵੀ ਅਸੀਂ ਇੱਕ ਦੂਸਰੇ ਨਾਲ ਇੰਨੀ ਤਰੀਕਿਆਂ ਨਾਲ ਉਲਝੇ ਹੋਏ ਆ ਵੀ ਅਸੀਂ ਇੱਕ ਦੂਸਰੇ ਨੂੰ ਅਲੱਗ ਨਹੀਂ ਕਰ ਸਕਦੇ। ਪੋਲਿਟਿਕਸ ਲਈ ਇਹ ਕਿਉਂ ਅਲੱਗ ਹੋਣਾ ਚਾਹੀਦਾ? ਜਿਹੜਾ ਕੱਲੀ ਰਾਜਨੀਤੀ ਲਈ ਕਿਉਂ ਅਲੱਗ ਹੋਣਾ ਚਾਹੀਦਾ? ਸਾਡੇ ਪੰਜਾਬ 'ਚ ਤਾਂ ਇੱਕ ਘਰ 'ਚ ਸਰਦਾਰ ਵੀ ਹੈ ਤੇ ਹਿੰਦੂ ਵੀ ਹੈ, ਅਸੀਂ ਕਿਸ ਤਰੀਕੇ ਇਹਨੂੰ ਅਲੱਗ ਕਰ ਲਾਂਗੇ ਸਰ? ਆਸ਼ੂ ਜੀ, ਜਦੋਂ ਰਾਜਾ ਵੜਿੰਗ ਪ੍ਰਧਾਨ ਬਣੇ, ਤੁਸੀਂ ਕਾਰਜਕਾਰੀ ਪ੍ਰਧਾਨ ਬਣੇ, ਉਸ ਸਮੇਂ ਸਭ ਤੋਂ ਪਹਿਲੇ ਗੱਲ ਕਹੀ ਗਈ ਕਿ ਅਸੀਂ ਇੱਕ ਡਿਸਪਲਿਨ ਦੀ ਲਾਈਨ ਖਿੱਚਾਂਗੇ, ਕੋਈ ਡਿਸਪਲਿਨ ਤੋਂ ਬਾਹਰ ਨਾ ਜਾਵੇ। ਹੁਣ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਇਹ ਗੱਲ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਈ, ਚੰਗਾ ਹੋ ਗਿਆ,
ਮੈਂ ਤੇ ਪਾਰਟੀ ਨੂੰ ਬੜੀ ਦੇਰ ਦਾ ਕਹਿ ਰਿਹਾ ਸੀਗਾ ਸਿੱਧੂ ਨੂੰ ਵੀ ਕੱਢੋ ਤੇ ਜਾਖੜ ਨੂੰ ਵੀ ਕੱਢੋ। ਤੁਸੀਂ ਇਸ ਬਿਆਨ ਨੂੰ ਲੈ ਕੇ ਕਿਵੇਂ ਦੇਖਦੇ ਹੋ? ਡਿਸਪਲਿਨ ਦੀ ਲਾਈਨ 'ਚ ਲੱਗਦਾ ਜਾਂ ਬਾਹਰ ਲੱਗਦਾ? ਕਿਉਂਕਿ ਤੁਸੀਂ ਇੱਕ ਬੈਲੈਂਸਡ ਕਮੈਂਟ ਕਰ ਦਿੱਤਾ ਪਹਿਲੇ ਹੀ ਕਿ ਠੀਕ ਹੈ ਕਾਨੂੰਨੀ ਰਸਤਾ ਸੀਗਾ, ਜੋ ਹੋਣਾ ਸੀ ਉਹ ਹੋ ਗਿਆ। ਜੀ, ਇਹ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ, ਜਦੋਂ ਡਿਸਪਲਿਨ ਦੀ ਇੱਕ ਨਾ ਬੜੀ ਬਰੀਕ ਜੀ ਰੇਖਾ ਹੁੰਦੀ ਹੈ, ਉਹਨੂੰ ਜਦੋਂ ਵੀ ਤੁਸੀਂ ਟੱਪਦੇ ਹੋ, ਕਿਸ ਸੰਦਰਭ 'ਚ ਟੱਪਦੇ ਹੋ, ਤੁਸੀਂ ਪਾਰਟੀ ਨੂੰ ਡੈਮੇਜ ਕਰਨ ਲਈ ਕਰ ਰਹੇ ਹੋ, ਕੋਈ ਇੰਡੀਵਿਜੂਅਲੀ ਕਿਸੇ ਤੇ ਕਮੈਂਟ ਕਰ ਰਹੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਤਰ੍ਹਾਂ ਦਾ ਕੁਝ ਵੀ ਇੱਕ ਦੂਸਰੇ ਤੇ ਜਦੋਂ ਕੋਈ ਗੱਲ ਕਰਨੀ ਹੈ ਉਹ ਇਸ ਦਾਇਰੇ 'ਚ ਰਵੇ, ਬਈ ਪਾਰਟੀ ਦਾ ਨੁਕਸਾਨ ਪਬਲਿਕਲੀ ਨਾ ਹੋ। ਆਸ਼ੂ ਜੀ, ਨਵਜੋਤ ਸਿੰਘ ਸਿੱਧੂ ਤੁਹਾਡੇ ਪ੍ਰਧਾਨਾਂ ਦੇ ਨਾਲ ਇੱਕ ਪੈਰਲਲ ਲਾਈਨ ਖਿੱਚ ਕੇ ਚੱਲ ਰਹੇ ਸੀ ਪੰਜਾਬ ਭਰ ਦੇ ਵਿੱਚ। ਹੁਣ ਸਿੱਧੂ ਜੇ ਜੇਲ੍ਹ ਚਲੇ ਜਾਂਦੇ ਆ ਤੇ ਤੁਹਾਨੂੰ ਕੀ ਲੱਗਦਾ ਉਹ ਪੈਰਲਲ ਲਾਈਨ ਆਪਣੇ ਆਪ ਛੋਟੀ ਹੋ ਜਾਊਗੀ? ਪੈਰਲਲ ਲਾਈਨ ਲੱਗਣ ਲੱਗ ਜਾਂਦਾ ਜਾਬਤਾ, ਜਿੰਨੀ ਦੇਰ ਤੱਕ ਉਹ ਕਾਂਗਰਸ ਪਾਰਟੀ ਦਾ ਕੰਮ ਕਰਦੇ ਆ। ਅਗਰ ਕੋਈ ਇਸ਼ੂਜ਼ ਚੱਕ ਰਹੇ ਆ ਤਾਂ ਕੋਈ ਵੀ ਕਿਤੇ ਵੀ ਐਮਐਲਏ ਚੱਕ ਸਕਦਾ ਆ, ਅਸੀਂ ਕਿਸੇ ਨੂੰ ਰੋਕਦੇ ਨਹੀਂ ਆ। ਅਗਰ ਉਹ ਮਹਿੰਗਾਈ ਦੇ ਇਸ਼ੂਜ਼ ਨੂੰ, ਅਗਰ ਉਹ ਡਰੱਗ ਦੇ ਇਸ਼ੂਜ਼ ਨੂੰ, ਅਗਰ ਉਹ ਲੈਂਡ ਔਰ ਸੈਂਡ ਮਾਫੀਆ ਦੇ ਇਸ਼ੂਜ਼ ਨੂੰ ਚੱਕ ਕੇ, ਚਾਹੇ ਉਹ ਗਵਰਨਰ ਨਾਲ ਮਿਲਦੇ ਆ, ਚਾਹੇ ਉਹ ਚੀਫ ਮਿਨਿਸਟਰ ਨਾਲ ਮਿਲਦੇ ਆ, ਤਾਂ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ। ਆਬਜੈਕਸ਼ਨ ਤੇ ਰਾਜਾ ਵੜਿੰਗ ਹੁਣਾਂ ਨੇ ਕਰ ਦਿੱਤਾ ਨਾ, ਤਾਂ ਹੀ ਤਾਂ ਉਹਨਾਂ ਨੇ ਚਿੱਠੀ ਲਿਖ ਦਿੱਤੀ ਹਰੀਸ਼ ਚੌਧਰੀ ਨੂੰ ਕਿ ਡਿਸਪਲਿਨਰੀ ਐਕਸ਼ਨ ਲਿਆ ਜਾਣਾ ਚਾਹੀਦਾ। ਸੁਣੋ ਤਾਂ ਸਹੀ ਗੱਲ, ਤੁਹਾਨੂੰ ਕੀ ਪਤਾ ਕਿਹੜੀ ਚਿੱਠੀ ਲਿਖੀ ਗਈ ਔਰ ਕੀ ਉਹਦਾ ਕੰਟੈਂਟ ਹੈ? ਨਹੀਂ, ਉਹ ਤਾਂ ਚਿੱਠੀ ਮੀਡੀਆ 'ਚ ਰਿਲੀਜ਼ ਹੋ ਗਈ ਸੀ, ਲੀਕ ਹੋ ਗਈ ਸੀ। ਮੇਰੀ ਸਾਹਿਬ, ਉਹ ਚਿੱਠੀ ਕਿਹੜੀ ਲੀਕ ਹੋਈ ਆ ਮੈਨੂੰ ਪਤਾ ਆ, ਪਰ ਤੁਹਾਨੂੰ ਕਿੱਦਾਂ ਪਤਾ ਵੀ ਰਾਜੇ ਦੀ ਕਿਹੜੀ ਚਿੱਠੀ ਗਈ ਹੈ? ਸਾਡੇ ਪ੍ਰਧਾਨ ਦੀ। ਪ੍ਰਧਾਨ ਸਾਹਿਬ ਨੇ ਕਲੀਅਰਲੀ ਕਿਹਾ ਵੀ ਜਿੰਨੀ ਦੇਰ ਤੱਕ ਉਹ ਡਿਸਪਲਿਨ ਭੰਗ ਨਹੀਂ ਕਰ ਰਹੇ, ਉਹ ਕਿਸੇ ਨੂੰ ਵੀ ਮਿਲ ਰਿਹਾ, ਪੰਜਾਬ ਦੇ ਇਸ਼ੂਜ਼ ਲਈ ਮਿਲ ਰਿਹਾ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਇਤਰਾਜ਼ ਉਦੋਂ ਹੋਏਗਾ ਜਦੋਂ ਕਾਂਗਰਸ ਪਾਰਟੀ ਦੇ ਅਗੇਂਸਟ ਜਾਏਗਾ, ਕਾਂਗਰਸ ਪਾਰਟੀ ਦੇ ਜ਼ਾਬਤੇ ਨੂੰ ਭੰਗ ਕਰਨਗੇ। ਉਹ ਹਾਈ ਕਮਾਂਡ ਵੀ ਬੈਠੀ ਹੈ, ਹਾਈ ਕਮਾਂਡ 'ਚ ਡਿਸਪਲਿਨਰੀ ਕਮੇਟੀ ਵੀ ਹੈ, ਤੇ ਅਸੀਂ ਵੀ ਬੜੇ ਵਿਜੀਲੈਂਟ ਆ ਵੀ ਕੋਈ ਇਹੋ ਜਿਹਾ ਕੰਮ ਨਾ ਕਰੇ। ਉਦੈਪੁਰ ਦੇ ਵਿੱਚ ਵੀ ਜਿਹੜੀ ਕਾਂਗਰਸ ਦਾ ਇੱਕ ਵੱਡਾ ਸੰਮੇਲਨ ਹੋਇਆ, ਉਦੋਂ ਵੀ ਇਹ ਗੱਲ ਕਹੀ ਗਈ ਕਿ ਇੱਕ ਇੰਟਰਨਲ ਸਰਜਰੀ ਹੋਣੀ ਆ ਪਾਰਟੀ ਦੀ। ਜਿਹੜੇ ਰੁੱਸੇ ਹੋਏ ਨਾਰਾਜ਼ ਲੀਡਰ ਹੈਗੇ ਨੇ ਉਹਨਾਂ ਦੇ ਨੂੰ ਕਮੇਟੀਆਂ ਬਣਾ ਕੇ ਵਾਪਸ ਲਿਆਇਆ ਜਾਏਗਾ। ਪੰਜਾਬ ਦੇ ਵਿੱਚ ਕੀ ਕੀਤਾ ਜਾ ਰਿਹਾ ਉਸ ਉਦੈਪੁਰ ਦੇ ਜੋ ਫੈਸਲੇ ਲਏ ਗਏ ਸੀ ਉਸ ਸਮੇਂ? ਤੁਸੀਂ ਦੇਖੋ, ਹਾਲੇ ਤਾਂ ਪੰਜਾਬ 'ਚ ਇੱਕ ਅਲੱਗ ਜਿਹਾ ਮਾਹੌਲ ਹੈ, ਕਿਉਂਕਿ ਪੰਜਾਬ 'ਚ ਰੀਸੈਂਟਲੀ ਇਲੈਕਸ਼ਨ ਹੋ ਕੇ ਹਟਿਆ ਤੇ ਉੱਥੇ ਡਿਫੀਟ ਤੋਂ ਬਾਅਦ ਜਿੱਦਾਂ ਦਾ ਮਾਹੌਲ ਸੀ, ਉਹਦੇ ਵਿੱਚ ਕਾਂਗਰਸ ਨੂੰ ਕਿਸ ਤਰੀਕੇ, ਕਾਂਗਰਸ ਦੇ ਵਰਕਰ ਨੂੰ ਕਿਸ ਤਰੀਕੇ ਅਸੀਂ ਦੁਬਾਰਾ ਉਸ ਨਿਰਾਸ਼ਾ ਦੇ ਆਲਮ 'ਚੋਂ ਬਾਹਰ ਕੱਢਣਾ ਹੈ, ਇਹ ਕਹੋ ਨਾ ਕਹੋ ਥੋੜਾ ਬਹੁਤ ਆ ਹੀ ਜਾਂਦਾ ਪ੍ਰੈਸ਼ਰ ਜਦੋਂ ਇਹੋ ਜਿਹਾ ਰਿਜ਼ਲਟ ਆਵੇ। ਤੇ ਤੁਸੀਂ ਆ ਪਿੱਛੇ 2.5 ਮਹੀਨੇ ਦਾ ਦੇਖਿਆ ਹੋਣਾ ਰਾਜਾ ਵੜਿੰਗ ਹੋਣਾ ਦਾ ਜਾਂ ਮੇਰਾ ਕਿਸ ਤਰੀਕੇ ਕੰਸਟੀਚੁਐਂਸੀਆਂ 'ਚ ਮੂਵ ਕੀਤਾ ਜਾ ਰਿਹਾ, ਵਰਕਰਾਂ ਨੂੰ ਮਿਲਿਆ ਜਾ ਰਿਹਾ। ਸੀਨੀਅਰ ਵਰਕਰਾਂ ਨੂੰ ਪਹਿਲੇ ਰਾਊਂਡ 'ਚ ਮਿਲਿਆ ਜਾਏਗਾ, ਸੈਕੰਡ ਰਾਊਂਡ ਦੇ ਵਿੱਚ ਅਸੀਂ ਥੱਲੇ ਤਾਈਂ ਜਿਹੜਾ ਸਾਡਾ ਆਮ ਵਰਕਰ ਆ ਉਹਨਾਂ ਤਾਈਂ ਪਹੁੰਚ ਕਰਨੀ ਹੈ। ਇੱਥੇ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਦੇ ਦਫ਼ਤਰ 'ਚ ਘੱਟ ਤੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਸੀਂ ਜ਼ਿਆਦਾ ਨਜ਼ਰ ਆਵਾਂਗੇ ਤੁਹਾਨੂੰ। ਫਿਰ ਸਾਡੀ ਪ੍ਰਾਇੋਰਟੀ ਅੱਗੇ ਸੰਗਰੂਰ ਦਾ ਇਲੈਕਸ਼ਨ ਵੀ ਆਉਂਦਾ, ਉਸ ਤੋਂ ਬਾਅਦ ਜਿਵੇਂ ਕਾਰਪੋਰੇਸ਼ਨਸ ਦੇ ਇਲੈਕਸ਼ਨ ਆਉਣਗੇ ਜਾਂ 24 ਦੇ ਇਲੈਕਸ਼ਨ ਆਉਣਗੇ ਜਾਂ 27 ਦੇ ਇਲੈਕਸ਼ਨ ਆ, ਉਹਦੇ ਵਾਸਤੇ ਕੀ ਸਾਡੀ ਸ਼ਾਰਟ ਟਰਮ ਪਾਲਿਸੀ ਹੋਵੇ, ਅਸੀਂ ਉਹਨਾਂ ਇਲਾਕਿਆਂ ਨੂੰ ਫੋਕਸ ਕਰਕੇ ਕਿਸ ਤਰੀਕੇ ਆਪਣਾ ਉੱਥੇ ਸੰਗਠਨ ਦਾ ਕੰਮ ਲੈਣਾ ਹੈ, ਤੇ ਜਿਹੜੀ ਸਾਡੀ ਲੰਬੀ ਹੋਏਗੀ ਵੀ 24 'ਚ ਔਰ 27 'ਚ ਅਸੀਂ ਅੱਛਾ ਪਰਫਾਰਮ ਕਰਨਾ, ਉਹਦੇ ਵਾਸਤੇ ਸਾਡੀ ਕੋਈ ਲੌਂਗ ਟਰਮ ਪਲੈਨਿੰਗ ਹੋਏਗੀ। ਆਮ ਆਦਮੀ ਪਾਰਟੀ ਦੀ ਜਿਹੜੀ ਪੋਲਿਟਿਕਸ ਹੈਗੀ ਆ, ਉਹਨੂੰ ਕਈ ਵਾਰੀ ਮੋਦੀ ਦੀ ਪੋਲਿਟਿਕਸ ਦੇ ਨਾਲ ਵੀ ਕੁਝ ਲੋਕ ਕੰਪੇਅਰ ਕਰਕੇ ਦੇਖਦੇ ਆ ਕਿ ਇੱਕ ਨੈਸ਼ਨਲਿਜ਼ਮ ਦਾ ਮੁੱਦਾ ਲੈ ਲਓ, ਤੁਸੀਂ ਨੈਸ਼ਨਲਿਜ਼ਮ ਦੀ ਪੋਲਿਟਿਕਸ ਕਰ ਲਓ, ਇੱਕ ਕਲਾਸ ਬੇਸਡ ਪੋਲਿਟਿਕਸ ਕਰ ਲਓ, ਤੇ ਇੱਕ ਬੈਨੀਫੀਸ਼ੀਅਰੀ ਦੀ ਪੋਲਿਟਿਕਸ ਕਰ ਲਓ। ਆਮ ਆਦਮੀ ਪਾਰਟੀ ਵੀ ਇੱਕ ਉਸੇ ਤਰ੍ਹਾਂ ਦੀ ਕਰ ਰਹੀ ਹੈ ਪੰਜਾਬ ਦੇ ਵਿੱਚ। ਇਸ ਲਈ ਇਹ ਮੰਨਿਆ ਜਾਂਦਾ ਕਿ ਬਹੁਤਾ ਕੁਛ ਉਹਨੂੰ ਕਾਊਂਟਰ ਕਰਨ ਨੂੰ ਹੈ ਨਹੀਂ। ਔਰ ਜਦੋਂ ਇੱਕ ਕਾਂਗਰਸ ਦਾ ਸੈਕਸ਼ਨ ਥੋੜਾ ਡਿਮੋਰਲਾਈਜ਼ ਹੋ ਕੇ ਬੈਠਾ ਵੀ ਹੋਇਆ, ਤੇ ਇਹਦੀ ਸਰਜਰੀ ਕਰਨ ਦਾ ਜਾਂ ਇਹਨੂੰ ਦੁਬਾਰਾ ਸੰਗਠਨ ਨੂੰ ਖੜਾ ਕਰਨ ਦਾ ਫਾਰਮੂਲਾ ਕੀ ਹੈਗਾ ਪ੍ਰਧਾਨ ਦੇ ਕੋਲੇ? ਜਿੱਥੋਂ ਤਾਈਂ ਕਿਉਂਕਿ ਜਦੋਂ ਤੁਸੀਂ ਕਲਾਸ ਬੇਸਡ ਪੋਲਿਟਿਕਸ ਕਰਦੇ ਹੋ ਤਾਂ ਹੇਠਲਾ ਵਰਗ ਲੱਗਦਾ ਉਹਦੇ ਮਗਰ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਹੈ, ਉਹਦੇ ਕੰਮ ਦੇ ਉੱਤੇ 2 ਮਹੀਨੇ 'ਚ ਅਸੀਂ ਕਮੈਂਟ ਕਰਨੇ ਸ਼ੁਰੂ ਕਰ ਦਈਏ ਤਾਂ ਉਹਨਾਂ ਨਾਲ ਵੀ ਥੋੜੀ ਜ਼ਿਆਦਤੀ ਹੋਏਗੀ। ਪਰ ਉਹ ਕਮੈਂਟ ਆਪਣੇ ਆਪ ਹੀ ਪਬਲਿਕ ਕਰ ਰਹੀ ਹੈ, ਹਾਲੇ ਸਾਨੂੰ ਇੰਨਾ ਕੁਝ ਕਹਿਣ ਦੀ ਜ਼ਰੂਰਤ ਨਹੀਂ, ਕਿਉਂਕਿ ਇੰਨਾ ਕੁਝ ਝੂਠ ਤੂਫਾਨ ਔਰ ਤਮਾਸ਼ਾ ਕਰ ਰੱਖਿਆ ਹੋਇਆ ਸੀਗਾ ਜਿਹਦੇ ਨਾਲ ਉਹ ਆਪ ਐਕਸਪੋਜ਼ ਹੁੰਦੇ ਜਾ ਰਹੇ ਆ। ਕੁਝ ਇਮੈਚੁਰਿਟੀ ਵੀ ਹੈ, ਨਵੀਂ ਪਹਿਲੀ ਵਾਰ ਸਰਕਾਰ ਬਣੀ ਹੈ, ਅਸੀਂ ਹਾਲੇ ਮੌਕਾ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ। ਹਾਲੇ ਤਾਈਂ ਵੀ ਸਰਕਾਰ ਦਾ ਜਿਹੜਾ 3rd ਟਾਇਰ ਹੈ ਉਹ ਮੋਰ ਔਰ ਲੈਸ ਕਾਂਗਰਸ ਦੇ ਬੰਦੇ ਹੈ। ਅਗਰ ਇੱਥੇ ਪੰਚਾਇਤਾਂ ਨੇ 12,000 ਪੰਚਾਇਤਾਂ ਚੋਂ 80% ਤੋਂ ਉੱਤੇ ਸਰਪੰਚਿਸ ਜਿਹੜੇ ਕਾਂਗਰਸ ਨਾਲ ਰਿਲੇਟਡ ਨੇ, ਅਗਰ ਜ਼ਿਲ੍ਹਾ ਪਰਿਸ਼ਦ ਨੇ ਸਾਰਿਆਂ ਦੀਆਂ ਤਾਂ ਉਹਨਾਂ ਦੇ ਚੇਅਰਮੈਨ ਕਾਂਗਰਸ ਦੇ ਨੇ, ਅਗਰ ਮੇਅਰ ਦੇਖੀਏ ਤਾਂ ਹਾਲੇ ਕਾਂਗਰਸ ਨੇ। ਇਹ ਪ੍ਰਧਾਨ ਬੜੇ ਆਸ਼ਾਵਾਦੀ ਨੇ, ਫਿਰ ਉਹ ਆਪਣੇ ਮੰਨ ਕੇ ਚੱਲ ਰਹੇ ਹਜੇ, ਚਾਹੇ ਉਹਨਾਂ ਦੇ ਨਾਲ ਨੇ।
ਇਹ ਪਾਰਟੀ ਦਾ ਕੰਮ ਆ ਵੀ ਖਲੋਣਾ। ਅਸੀਂ ਪਰਸੋਂ ਵੀ ਡੀਜੀਪੀ ਨੂੰ ਮਿਲ ਕੇ ਆਏ ਹਾਂ ਵੀ ਇਹ ਸਾਡੇ ਬੰਦੇ ਸਾਡੇ ਹੁਣ ਉੱਥੇ ਧਰਮਕੋਟ ਕੰਸਟੀਚੁਐਂਸੀ 'ਚ ਇੱਕ ਕਮੇਟੀ ਦੇ ਪ੍ਰਧਾਨ ਦੇ ਉੱਤੇ ਟਾਇਲਟ ਚੋਰੀ ਦਾ ਪਰਚਾ ਦਰਜ ਕਰਾਤਾ। ਹੁਣ ਇਹੋ ਜੀ ਪੋਲੀਟਿਕਸ ਅਗਰ ਜਿਹੜਾ ਇਨਕਲਾਬ ਉਹਨਾਂ ਨੇ ਲਿਆਂਦਾ ਵੀ ਅਸੀਂ ਇੱਕ ਬਦਲਾਵ ਲਿਆਵਾਂਗੇ ਪੰਜਾਬ 'ਚ, ਤੇ ਇਹ ਤਾਂ ਉਹ ਤੋਂ ਵੀ ਭੈੜਾ ਜੋ ਅਕਾਲੀ ਦਲ ਕਰਦਾ ਆ ਰਿਹਾ ਸੀ ਟਾਇਲਟ ਦਾ ਪਰਚਾ ਕੀ ਹੁੰਦਾ। ਹੁਣ ਇਹੋ ਜੀ ਪਰਚੇ ਕਰਕੇ ਤੇ ਜੇ ਪ੍ਰਧਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਇਹ ਤਾਂ ਫਿਰ ਜਮਹੂਰੀਅਤ ਦਾ ਮਜ਼ਾਕ ਹੈ। ਤੇ ਜਿਹਦੀ ਗੱਲ ਉਹ ਕਰਦੇ ਹੁੰਦੇ ਸੀ, ਮਜ਼ਾਕ ਬਣਾਉਂਦੇ ਹੁੰਦੇ ਸੀ, ਅੱਜ ਆਪ ਮਜ਼ਾਕ ਉਡਾ ਰਹੇ ਆ। ਆਮ ਆਦਮੀ ਪਾਰਟੀ ਨੇ ਨਿਗਮ ਇਲੈਕਸ਼ਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ ਜਰਨੈਲ ਸਿੰਘ ਹੁਣੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਉਸ ਸਬੰਧ ਦੇ ਵਿੱਚ ਨਿਗਮ ਚੋਣਾਂ ਦੇ ਲਈ ਪਹਿਲੀ ਮੀਟਿੰਗ ਕੀਤੀ ਹੈ। ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨਿਗਮ ਚੋਣਾਂ ਨੂੰ ਲੈ ਕੇ ਪਾਰਟੀ ਦੇ ਅੰਦਰ ਹੁਣ ਕੀ ਸੋਚ ਰਹੇ ਨੇ, ਕਾਂਗਰਸ ਕੀ ਤਿਆਰੀ ਸ਼ੁਰੂ ਕਰੇਗੀ? ਅਸੀਂ ਆਲਰੇਡੀ ਉਹਦੇ ਤੇ ਵਰਕਿੰਗ ਸ਼ੁਰੂ ਕਰ ਚੁੱਕੇ ਹਾਂ। ਜਿਹੜੀਆਂ 5 ਕਾਰਪੋਰੇਸ਼ਨਾਂ ਦੇ ਇਲੈਕਸ਼ਨ ਹੋਣੇ ਨੇ ਉਹਨਾਂ ਦੇ ਉੱਤੇ ਉੱਥੇ ਦੇ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਤੇ ਜਿਹੜੇ ਸਾਡੇ ਮੇਅਰਸ ਨੇ, ਜਿੱਥੇ ਮੇਅਰ ਸਾਡੇ ਤੋਂ ਨਿਕਲ ਗਏ ਨੇ ਉੱਥੇ ਦੇ ਸੀਨੀਅਰ ਡਿਪਟੀ ਮੇਅਰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ, ਫੀਡਬੈਕ ਲਈ ਹੈ। ਤੇ ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਦੀ ਪਲੈਨਿੰਗ ਬਣਦੀ ਜਾਏਗੀ, ਹਲੇ ਸਾਡੇ ਕੋਲ 4-5 ਮਹੀਨੇ ਹੈਗੇ ਆ, ਦੇਖਦੇ ਹਾਂ। ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਰਮਜੀਤ ਰਿੰਟੂ ਮੇਅਰ ਹੈਗੇ ਨੇ, ਜਾਂ ਪਟਿਆਲੇ ਦੇ ਵਿੱਚ ਪਿੱਛੇ ਜੇ ਜੋ ਕੁਝ ਹੋਇਆ, ਬਹੁਤ ਸਾਰੇ ਕਾਉਂਸਲਰ ਸਿਟਿੰਗ ਕਾਉਂਸਲਰ ਜਿਹੜੇ ਨੇ ਕਾਂਗਰਸ ਦੇ ਖਾਸ ਤੌਰ ਤੇ ਉਹ ਆਮ ਆਦਮੀ ਪਾਰਟੀ ਵੱਲ ਜੁੜਦੇ ਜਾ ਰਹੇ ਹੈਗੇ। ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਦੇਖਿਆ 24-25 ਕਰਮਜੀਤ ਰਿੰਟੂ ਹੁਣਾਂ ਦੇ ਨਾਲ ਚਲੇ ਗਏ ਸੀਗੇ। ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਸੱਤਾ ਦੇ ਨਾਲ ਥਲੜਾ ਗਰਾਊਂਡ ਲੈਵਲ ਦਾ ਵਰਕਰ ਵੀ ਸ਼ਿਫਟ ਹੋ ਰਿਹਾ ਸੱਤਾ ਵੱਲ। ਨਹੀਂ, ਇਹ ਕਹਿਣਾ ਬਿਲਕੁਲ ਗਲਤ ਹੋਏਗਾ, ਕਿਉਂਕਿ ਜਿਹੜਾ ਤੁਸੀਂ ਪਟਿਆਲੇ ਦੀ ਐਗਜ਼ਾਮਪਲ ਦਿੱਤੀ, ਪਟਿਆਲੇ ਵਾਲਾ ਜਿਹੜਾ ਮੇਅਰ ਹੈ ਉਹ PLC 'ਚ ਗਿਆ, ਆਮ ਆਦਮੀ ਪਾਰਟੀ ਵੱਲ ਨਹੀਂ ਗਿਆ। ਤੇ ਜਿਹੜੇ ਉਹਦੇ ਨਾਲ ਕਾਉਂਸਲਰ ਗਏ ਉਹ ਵੀ PLC ਨਾਲ, ਕਿਉਂਕਿ ਉਹ ਕੈਪਟਨ ਅਮਰਿੰਦਰ ਹੋਣਾ ਦਾ ਕੈਪਟਨ ਅਮਰਿੰਦਰ ਹੋਣਾ ਦਾ ਹੋਮ ਡਿਸਟ੍ਰਿਕਟ ਸੀਗਾ ਤੇ ਉੱਥੇ ਇਦਾਂ ਦਾ ਹੋਣਾ ਸੁਭਾਵਕ ਸੀਗਾ। ਜਿਹੜਾ ਰਿੰਟੂ ਹੋਣਾ ਦਾ ਕੇਸ ਹੈ, ਜਿਹਨੇ ਓਵਰ ਐਂਬੀਸ਼ੀਅਸ ਹੋ ਕੇ ਵੀ ਮੈਂ ਲੜ ਲਊਂਗਾ, ਇਲੈਕਸ਼ਨ ਲੜ ਲਊਂਗਾ ਜਾਂ ਮੈਨੂੰ ਕੁਝ ਹੋਰ ਮਿਲ ਜਾਏਗਾ, ਉਹ ਚਲੇ ਗਏ ਤੇ ਉੱਥੇ ਦੇ ਉਹਨਾਂ ਨੇ ਕਾਉਂਸਲਰਾਂ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਅੱਜ ਵਾਪਸ ਆਉਣ ਨੂੰ ਤਿਆਰ ਬੈਠੇ ਆ ਸਾਰੇ ਕਾਉਂਸਲਰ। ਅਸੀਂ ਉਹਦੇ ਤੇ ਵੀ ਫੈਸਲੇ ਲੈਣੇ ਨੇ ਆਉਣ ਵਾਲੇ ਟਾਈਮ। ਵਾਪਸ ਕਿਉਂ ਆਉਣਗੇ ਸੱਤਾ ਛੱਡ ਕੇ? ਸੱਤਾ ਕਿੱਥੇ ਹੁੰਦੀ ਹੈ ਸਾਹਿਬ, ਇੱਥੇ ਤਾਂ ਕੰਮ ਹੁੰਦਾ ਹੈ। ਮੈਂ ਕਾਉਂਸਲਰੀ ਕਰੀ ਹੈ ਬੜੇ ਸਾਲ, ਮੈਨੂੰ ਪਤਾ ਆ ਉੱਥੇ ਸੱਤਾ ਹੋਣਾ ਜਾਂ ਨਾ ਹੋਣਾ ਕੋਈ ਬਹੁਤਾ ਉਹਦੇ ਨਾਲ ਚੀਜ਼ਾਂ ਮੈਟਰ ਨਹੀਂ ਕਰਦੀਆਂ। ਪਰ ਇਹ ਟ੍ਰੈਂਡ ਕਾਂਗਰਸ ਦੇ ਲਈ ਖਰਾਬ ਹੋ ਰਿਹਾ। ਇਲੈਕਸ਼ਨ ਦੇ ਦੌਰਾਨ ਇੱਕ ADR ਦੀ ਰਿਪੋਰਟ ਆਈ ਸੀ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ, ਹਨਾ, ਉਸ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ 2011 ਤੋਂ ਲੈ ਕੇ 21 ਤੱਕ ਜਿਹੜੇ ਪਾਰਟੀ ਛੱਡ ਕੇ ਦੂਸਰੇ ਪਾਰਟੀ ਦੇ ਵਿੱਚ ਗਏ ਉਸ ਦੇ ਵਿੱਚ ਗਿਣਤੀ ਕਾਂਗਰਸ ਦੀ ਸਭ ਤੋਂ ਜ਼ਿਆਦਾ ਸੀਗੀ, 2200 ਤੋਂ ਕਰੀਬ ਕੁਝ ਲੀਡਰ ਸੀਗੇ। ਇਸ ਟ੍ਰੈਂਡ ਨੂੰ ਤੋੜੋਗੇ ਕਿਵੇਂ ਆਸ਼ੂ ਜੀ? ਪੰਜਾਬ ਦੇ ਵਿੱਚ ਤੇ ਹੁਣ ਜ਼ਿੰਮੇਵਾਰੀ ਤੇ ਚੈਲੰਜ ਤੁਹਾਡੇ ਲਈ ਹੈ। ਜਿਹੜਾ ਤਾਂ ਪੰਜਾਬ ਹੈ, ਪੰਜਾਬ ਦੇ ਵਿੱਚ ਛੱਡ ਕੇ ਜਾਣ ਵਾਲਿਆਂ ਦੀ ਪਹਿਲਾਂ ਅਕਾਲੀ ਦਲ ਰਿਪੀਟ ਹੋ ਗਿਆ, ਇੱਕਦਮ ਪ੍ਰੈਸ਼ਰ ਆ ਗਿਆ ਕਾਂਗਰਸੀ, ਕਾਫੀ ਉਹਨਾਂ ਨੇ ਪ੍ਰੈਸ਼ਰ ਨਾਲ, ਤੁਸੀਂ ਵੀ ਜਾਣਦੇ ਹੋ ਅਕਾਲੀ ਰਾਜਨੀਤੀ ਕਿਸ ਤਰੀਕੇ ਦੀ ਸੀ, ਆਮ ਟਵਿਸਟਿੰਗ ਸੀਗੀ ਤੇ ਕੁਝ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਹਾਂਜੀ ਹਾਂਜੀ ਕਰਦੇ ਉਧਰ ਖੜ ਗਏ। 17 ਦੇ ਵਿੱਚ ਸਾਰਾ ਹਜੂਮ ਹੀ ਇੱਧਰ ਬੈਠਾ ਸੀ, ਕੋਈ ਜਿਹੜਾ ਅਕਾਲੀ ਦਲ ਵੱਲ ਗਿਆ ਵੀ ਸੀ ਉਹ ਇੱਧਰ ਆ ਗਿਆ। ਤੇ ਅੱਜ ਜਦੋਂ 22 ਦੇ ਵਿੱਚ ਦੁਬਾਰਾ ਉਹ ਸਰਕਾਰ ਬਦਲੀ ਹੈ ਤੇ ਕੁਝ ਇਹੋ ਜਿਹੇ ਕਮਜ਼ੋਰ ਲੀਡਰ ਹੁੰਦੇ ਆ ਜਿਹੜੇ ਆਪੋਰਚੁਨਿਸਟ ਹੁੰਦੇ ਆ, ਉਹ ਜਾਂਦੇ ਆ, ਪਰ ਜਿਹੜਾ ਵਰਕਰ ਆ ਉਹ ਕਿਤੇ ਨਹੀਂ ਜਾਂਦਾ, ਜਿਹੜਾ ਲੀਡਰਾਂ ਨੂੰ ਬਣਾਉਂਦਾ ਹੈ। ਇਹੀ ਚੀਜ਼ ਸਾਰਿਆਂ ਨੂੰ ਸਮਝ ਆਉਣੀ ਚਾਹੀਦੀ ਹੈ। ਜਿਹੜੇ ਜਿਸ ਲੈਵਲ ਦੇ ਵੀ ਲੀਡਰ ਨੇ, ਚਾਹੇ ਉਹ ਬਲਾਕ ਲੈਵਲ ਦੇ ਨੇ, ਚਾਹੇ ਡਿਸਟ੍ਰਿਕਟ ਲੈਵਲ ਦੇ ਨੇ ਜਾਂ ਸਟੇਟ ਲੈਵਲ, ਵਰਕਰ ਇਹੀ ਦੇਖਦਾ ਹੁੰਦਾ ਹੈ। ਅੱਜ ਜੇ ਜਾਖੜ ਸਾਹਿਬ ਨੇ ਉਧਰ ਇੱਕਦਮ BJP ਜੁਆਇਨ ਕੀਤੀ ਹੈ, ਮੈਂ ਤਾਂ ਤੁਹਾਨੂੰ ਇਹੀ ਦੱਸ ਰਿਹਾ ਵੀ ਕਾਂਗਰਸ ਦੇ ਕਾਡਰ ਦੀਆਂ ਨਜ਼ਰਾਂ 'ਚ ਹੀ ਉਹਨਾਂ ਦਾ ਕੱਦ ਛੋਟਾ ਹੋ ਗਿਆ ਵੀ ਐਡਾ ਵੱਡਾ ਲੀਡਰ ਜਿਹਨੂੰ ਅਸੀਂ ਬਣਾਇਆ ਔਰ ਸਾਡੇ ਪਿੱਛੇ ਜਿਹਨੇ ਲੜਨਾ ਹੈ ਅੱਗੇ ਜਾ ਕੇ, ਉਹ ਅੱਜ ਆਪਣੇ ਕਿਸੇ ਚੰਦ ਇਸ਼ੂਜ਼ ਲਈ ਦੂਸਰੀ ਪਾਰਟੀ 'ਚ ਖੜਾ ਹੈ। ਨਹੀਂ ਤਾਂ ਕਿਹੜੀ ਰਾਸ਼ਟਰੀਅਤਾ ਤੇ ਕਿਹੜਾ ਧਰਮ ਨਿਰਪੇਖਤਾ, ਤੁਸੀਂ ਵੀ ਜਾਣਦੇ ਹੋ, ਮੈਂ ਨਹੀਂ ਤਾਂ ਕੁਝ ਨਹੀਂ। ਨਵਜੋਤ ਸਿੰਘ ਸਿੱਧੂ ਅੱਜ ਜੇਲ੍ਹ ਚਲੇ ਜਾਂਦੇ ਨੇ, 1 ਸਾਲ ਜੇ ਜੇਲ੍ਹ ਦੇ ਅੰਦਰ ਰਹਿੰਦੇ ਨੇ, ਉਹਨਾਂ ਦਾ ਫਿਊਚਰ, ਪੋਲੀਟੀਕਲ ਫਿਊਚਰ ਕੀ ਦੇਖ ਰਹੇ ਹੋ ਤੁਸੀਂ? ਹੰਡੇ ਹੋਏ ਸਿਆਸਤਦਾਨ ਹੋ, ਅਸੈਸਮੈਂਟ ਲਾਉਂਦੇ ਹੋ ਸਥਿਤੀਆਂ ਦੀ। ਆਖਰੀ ਸਵਾਲ, ਓਨੈਸਟ ਕਮੈਂਟ ਦਿਓ। ਜਿਹੜੇ ਲੀਡਰ ਹੁੰਦੇ ਆ ਜੇਲਾਂ, ਅਗਰ ਕੋਈ ਮਤਲਬ ਕੋਈ ਮੋਰਲ ਟਰਪੀਚੂਡ ਦੇ ਕੇਸ ਨੇ, ਕੁਛ ਇਹੋ ਜਿਹੇ ਨੇ ਜਿਹਦੇ 'ਚ ਤੁਹਾਡੀ ਮੋਰਲਿਟੀ ਹੋਈ ਖਤਮ ਹੋ ਜਾਂਦੀ ਹੈ, ਤੇ ਲੀਡਰ ਕਾਹਦਾ? ਤੇ ਜਦੋਂ ਇਹੋ ਜਿਹੇ ਕੇਸਾਂ ਤੋਂ ਬਾਅਦ ਆ ਕੇ ਮੈਦਾਨ ਤਾਂ ਖੁੱਲੇ ਹੀ ਰਹਿੰਦੇ ਨੇ, ਲੀਡਰ ਤਾਂ ਲੀਡਰ ਹੀ ਰਹਿੰਦਾ, ਉਹ ਅੰਦਰ ਰਹਿ ਜਾਏ ਜਾਂ ਬਾਹਰ ਰਹਿ ਜਾਏ। ਜਦੋਂ ਬਾਹਰ ਆਣਗੇ ਉਹ ਆਪਣੀ ਜਗ੍ਹਾ ਅਗਰ ਬਣਾਉਣੀ ਚਾਹਣਗੇ ਬਣਾ ਲੈਣਗੇ। ਇੱਦਾਂ ਦਾ ਕੁਝ ਨਹੀਂ। ਇਹ ਤਾਂ
ਹਰ ਮੌਕੇ ਆਉਂਦੇ ਰਹਿੰਦੇ ਆ। ਮਿਸਿਸ ਗਾਂਧੀ ਜੇਲ੍ਹ 'ਚ ਗਏ, ਫਿਰ ਬਾਹਰ ਆਏ, ਫਿਰ ਪ੍ਰਧਾਨ ਮੰਤਰੀ ਬਣੇ। ਜੇਲ੍ਹ ਨਾਲ ਕੋਈ ਸਿਆਸਤ ਖਤਮ ਥੋੜੀ ਹੋ ਜਾਂਦੀ। ਆਖਰੀ ਸਵਾਲ, ਇੱਕ ਮੈਂ ਆਖਰੀ ਕਿਹਾ ਸੀਗਾ, ਮੈਨੂੰ ਯਾਦ ਆ ਗਿਆ, ਪਿਛਲੇ ਦਿਨਾਂ ਦੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਸਾਲੇ ਜੀ ਜੌਹਲ ਨੇ ਬੜੇ ਐਲੀਗੇਸ਼ਨ ਲਾਏ ਭਾਰਤ ਭੂਸ਼ਣ ਆਸ਼ੂ ਹੁਣਾਂ ਤੇ ਵੀ, ਕਹਿੰਦੇ ਜਦੋਂ ਡਿਸਪਲਿਨਰੀ ਐਕਸ਼ਨ ਬਾਕੀਆਂ ਤੇ ਹੋ ਰਿਹਾ ਤੇ ਭਾਰਤ ਭੂਸ਼ਣ ਆਸ਼ੂ ਤੇ ਕਿਉਂ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੇ ਮਨਪ੍ਰੀਤ ਬਾਦਲ ਦੇ ਅਗੇਂਸਟ ਲੋਕਾਂ ਨੂੰ ਵੋਟ ਪਾਉਣ ਦੀ ਭੜਕਾਉਣ ਦੀ ਗੱਲ ਕੀਤੀ ਸੀ। ਤੁਸੀਂ ਸ਼ਾਇਦ ਮੈਂ ਕਿਹਾ ਸੀਗਾ ਇੱਕ ਚੈਨਲ ਦੇ ਉੱਤੇ, ਅਗਰ ਮਨਪ੍ਰੀਤ ਜੀ ਨੂੰ, ਜੌਹਲ ਸਾਡਾ ਪ੍ਰਾਇਮਰੀ ਮੈਂਬਰ ਹੈ, ਮੇਰਾ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਬਣਦਾ ਨਹੀਂ। ਉਹਨਾਂ ਕੋਲ ਸਪੈਸ਼ਲ ਪ੍ਰਿਵਿਲੇਜ ਹੈ ਇੱਕ ਰਿਸ਼ਤੇ ਦੀ, ਤਾਂ ਉਹ ਉਹਨੂੰ ਇੰਜੋਏ ਕਰ ਰਹੇ ਆ। ਅਗਰ ਮਨਪ੍ਰੀਤ ਜੀ ਨੂੰ ਕੋਈ ਵੀ ਮੇਰੇ ਤੋਂ, ਪ੍ਰਧਾਨ ਸਾਹਿਬ ਰਾਜਾ ਵੜਿੰਗ ਤੋਂ ਕੋਈ ਉਹਨਾਂ ਨੂੰ ਆਬਜੈਕਸ਼ਨ ਨੇ, ਤਾਂ ਅੰਦਰ ਪਾਰਟੀ ਦੇ ਅੰਦਰ ਪਲੇਟਫਾਰਮ ਨੇ, ਸੈਕਟਰੀ ਇੰਚਾਰਜ ਆ, ਉਹਨਾਂ ਨੂੰ ਕੰਪਲੀਟ ਕਰ ਦੇਣ, ਮੇਰੇ ਅਗੇਂਸਟ AICC ਨੂੰ ਕਰ ਦੇਣ। ਉੱਥੇ ਸਾਡੇ ਜਨਰਲ ਸੈਕਟਰੀ KC ਵੇਣੂਗੋਪਾਲ ਜੀ ਬੈਠੇ ਹੈ, ਸਾਰੀ AICC ਬੈਠੀ ਹੈ, CWC ਹੈ, CP ਨੇ, ਕਾਂਗਰਸ ਪ੍ਰੈਜ਼ੀਡੈਂਟ ਨੇ, ਕਿਸੇ ਨੂੰ ਵੀ ਜਾ ਕੇ ਕਰ ਸਕਦੇ ਨੇ। ਜਿਹੜੀ ਰਿਜ਼ਰਵੇਸ਼ਨ ਹੈ ਰੱਖੀ ਜਾ ਸਕਦੀ ਹੈ, ਉੱਥੇ ਜਵਾਬ ਦੇਣਗੇ। ਅਗਰ ਅਸੀਂ ਗਲਤ ਹਾਂ ਤੇ ਅਸੀਂ ਮਨਪ੍ਰੀਤ ਜੀ ਕੋਲ ਜਾਵਾਂਗੇ ਵੀ ਹਾਂ ਸਾਡੇ ਕੋਲ ਆ ਗਲਤੀ ਹੋਈ ਹੈ ਜੀ। ਸਾਡਾ ਕੰਮ ਸਿਰਫ ਜੋੜਨਾ ਹੈ। ਪਾਰਟੀ ਤੇ ਜਾਬਤੇ 'ਚ ਰਹਿ ਕੇ ਹਰ ਚੀਜ਼ ਦਾ ਹੱਲ ਹੈ। ਕੋਈ ਇਹੋ ਜੀ ਗੱਲ ਹੀ ਨਹੀਂ ਹੈ ਬਈ ਤੁਸੀਂ ਪਰ ਇਹ ਸੜਕਾਂ ਤੇ ਲੜਾਈ ਬੱਚਿਆਂ ਵਾਂਗੂ ਲੈ ਜਾਓ। ਪਰ ਇਹ ਗੱਲ ਸੀਗੀ, ਤੁਸੀਂ ਕਿਹਾ ਸੀ ਕਿ ਮਨਪ੍ਰੀਤ ਨੂੰ ਹਰਾ ਦਿਓ, ਜੇ ਹਰਾਣਾ ਤੇ ਫਿਰ ਨਾ ਵੋਟਾਂ ਪਾਓ ਮਨਪ੍ਰੀਤ ਨੂੰ। ਕਿਸ ਸੰਦਰਭ 'ਚ ਕਿਹੜੀ ਗੱਲ ਹੋਈ, ਜਦੋਂ ਉਹਦੇ ਤੇ ਡਿਸਕਸ਼ਨ ਕਰਾਂਗੇ ਉਹ ਵੀ ਆ ਜਾਏਗੀ, ਔਰ ਮਨਪ੍ਰੀਤ ਹੋਣਾ ਨੂੰ ਵੀ ਪਤਾ ਹੈ। ਮਨਪ੍ਰੀਤ ਦੇ ਬਾਦਲ ਦੇ ਬਾਰੇ ਇਹ ਕਿਹਾ ਜਾਂਦਾ ਕਿ ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਵਰਗੀ ਸਿਆਸਤ ਕਰਦੇ, ਜ਼ਬਾਨੋਂ ਨਹੀਂ ਬੋਲਦੇ, ਪਰ ਪਤਾ ਨਹੀਂ ਲੱਗਦਾ ਦਿਲ 'ਚ ਕੀ ਹੈਗਾ। ਮੈਨੂੰ ਤਾਂ ਸਮਝ ਨਹੀਂ, ਮੈਨੂੰ ਤਾਂ ਬੜੇ ਭਲੇ ਸਿਆਸਤਦਾਨ ਲੱਗਦੇ ਆ। ਬਹੁਤ ਧੰਨਵਾਦ ਆਸ਼ੂ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਸ ਸਨ ਭਾਰਤ ਭੂਸ਼ਣ ਆਸ਼ੂ ਸੰਗਠਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਤੇ ਉਹਨਾਂ ਨੇ ਜਵਾਬ ਦਿੱਤੇ, ਪਰ ਭਾਰਤ ਭੂਸ਼ਣ ਆਸ਼ੂ ਦੇ ਬਾਰੇ ਵੀ ਇੱਕ ਚਰਚਾ ਹੈਗੀ ਕਿ ਉਦੋਂ ਕੰਟਰੋਵਰਸੀ ਕਰਦੇ ਜਦੋਂ ਕਰਨਾ ਚਾਹੁੰਦੇ, ਨਹੀਂ ਤੇ ਕਿਸੇ ਵੀ ਮੁੱਦੇ ਨੂੰ ਟਵਿਸਟ ਕਰਨ ਦੀ ਪੋਲੀਟੀਕਲ ਕਾਬਲੀਅਤ ਭਾਰਤ ਭੂਸ਼ਣ ਆਸ਼ੂ ਦੇ ਵਿੱਚ ਬਹੁਤ ਹੈਗੀ ਹੈ ਕਿ ਕੋਈ ਵੀ ਤਿੱਖਾ ਸਵਾਲ ਪੁੱਛ ਲਓ, ਉਹ ਮਰਜ਼ੀ ਹੋਵੇ ਤੇ ਬੈਲੈਂਸ ਜਵਾਬ ਦੇ ਦਿੰਦੇ ਆ। ਕੰਟਰੋਵਰਸੀ ਉਦੋਂ ਬਣਦੀ ਜਦੋਂ ਕ੍ਰੀਏਟ ਕਰਨਾ ਚਾਹੁੰਦੇ ਨੇ। ਪਰ ਚੈਲੰਜਸ ਬਹੁਤ ਹੈਗੇ ਨੇ ਸੰਗਠਨ ਦੇ ਲਈ, ਜਿਸ ਤਰ੍ਹਾਂ ਦੇ ਨਾਲ ਕਾਂਗਰਸ ਨੂੰ ਛੱਡ ਕੇ ਜਾ ਰਹੇ ਨੇ, ਕਾਂਗਰਸ ਦੇ ਲੀਡਰ ਦੁਬਾਰਾ ਸੰਗਠਨ ਨੂੰ ਮਜ਼ਬੂਤ ਕਿਸ ਤਰ੍ਹਾਂ ਕਰਨਾ ਹੈਗਾ, ਕਿਉਂਕਿ ਬਹੁਤ ਹੈਵੀ ਮੈਜੋਰਟੀ ਦੇ ਨਾਲ ਉਹਨਾਂ ਦੇ ਸਾਹਮਣੇ ਸੱਤਾ ਧਿਰ ਖੜੀ ਹੈ। ਇਹ ਚੈਲੰਜ ਨੂੰ ਕਿਸ ਤਰ੍ਹਾਂ ਕਾਂਗਰਸ ਦੇ ਨਵੇਂ 4 ਪ੍ਰਧਾਨ ਸਰ ਕਰ ਪਾਉਣਗੇ, ਇਹ ਦੇਖਾਂਗੇ ਅਗਲੇ ਦਿਨਾਂ ਦੇ ਵਿੱਚ। ਫਿਲਹਾਲ ਇਹਨਾਂ 2 ਦਿਨਾਂ ਦੇ ਵਿੱਚ ਕਾਂਗਰਸ ਨੂੰ 2 ਵੱਡੇ ਝਟਕੇ ਲੱਗੇ, ਸੁਨੀਲ ਜਾਖੜ ਦਾ ਪਾਰਟੀ ਛੱਡ ਕੇ ਜਾਣਾ ਤੇ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਜਾਣਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।